ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਿਆਂ ਦਾ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਅਸੀਂ ਤੁਹਾਡੇ ਨਾਲ ਕੱਲ੍ਹ ਗੱਲਬਾਤ ਕੀਤੀ ਸੀ, ਦਿੱਲੀ ਗੁਰਦੁਆਰਾ ਦੀਆਂ ਚੋਣਾਂ, ਪ੍ਰਬੰਧਕ ਕਮੇਟੀ ਦੀਆਂ ਚੋਣਾਂ, ਪ੍ਰਬੰਧਕਾਂ ਦੇ ਨਾਮਜ਼ਦ ਹੋਣ ਤੋਂ ਪਹਿਲੇ ਅਸੀਂ ਸਿੰਘ ਸਾਹਿਬ ਜਥੇਦਾਰ ਰਣਜੀਤ ਸਿੰਘ ਜੀ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਬਹੁਤ ਹੀ ਬੇਬਾਕੀ ਦੇ ਨਾਲ ਆਪਣੇ ਵਿਚਾਰ ਰੱਖੇ। ਤੁਸੀਂ ਉਹਨਾਂ ਦੇ ਵਿਚਾਰ ਸੁਣੇ। ਸਮੇਂ ਦੀ ਘਾਟ ਕਰਕੇ ਤੁਹਾਡੇ ਸਾਰੇ ਵਿਚਾਰ ਸਾਡੇ ਤੱਕ ਨਹੀਂ ਪਹੁੰਚ ਸਕੇ। ਅੱਜ ਸਾਡੀ ਕੋਸ਼ਿਸ਼ ਹੋਏਗੀ ਕਿ ਤੁਸੀਂ ਵੱਧ ਤੋਂ ਵੱਧ ਆਪਣੇ ਵਿਚਾਰ ਦੇ ਸਕੋ। ਕੱਲ੍ਹ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਸੀ ਕਿ ਆਉਣ ਵਾਲੇ ਇਸ ਚੋਣ ਦੇ ਵਿੱਚ ਪ੍ਰਧਾਨਗੀ ਦੀ ਸੇਵਾ ਜਾਂ ਜ਼ਿੰਮੇਵਾਰੀ ਕਿਸ ਨੂੰ ਮਿਲੇਗੀ, ਤਾਂ ਉਹਨਾਂ ਨੇ ਸਪਸ਼ਟ ਕਿਹਾ ਕਿ ਜਥੇਦਾਰ ਮਨਜੀਤ ਸਿੰਘ ਜੀ ਕੇ। ਹੁਣ ਉਹ ਚੋਣ ਵੀ ਹੋ ਗਈ ਔਰ ਜਥੇਦਾਰ ਮਨਜੀਤ ਸਿੰਘ ਜੀ ਕੇ ਪ੍ਰਧਾਨ ਚੁਣੇ ਗਏ ਔਰ ਮਨਜਿੰਦਰ ਸਿੰਘ ਸਿਰਸਾ ਜਿਹੜੇ ਦੂਸਰੇ ਮੁੱਖ ਕੈਂਡੀਡੇਟ ਸਨ, ਜਿਨ੍ਹਾਂ ਨੇ ਇਸ ਵਾਰ ਪਰਮਜੀਤ ਸਿੰਘ ਸਰਨਾ ਦੇ ਮੁਕਾਬਲੇ ਦੇ ਉੱਤੇ ਚੋਣ ਲੜੀ ਔਰ ਕਾਮਯਾਬ ਹੋਏ ਸਨ, ਉਹਨਾਂ ਨੂੰ ਜਨਰਲ ਸਕੱਤਰ ਅਪਾਇੰਟ ਕੀਤਾ ਗਿਆ, ਨਿਯੁਕਤ ਕੀਤਾ ਗਿਆ, ਚੁਣਿਆ ਗਿਆ। ਪਰ ਇਹ ਚੋਣ ਵੀ ਕਈ ਮਹੀਨਿਆਂ 'ਚੋਂ ਦਿਲਚਸਪ ਇਸ ਕਰਕੇ ਰਹੀ ਕਿ ਜਿਹੜੇ ਪੁਰਾਣੇ ਇਸ ਦੇ ਵਿੱਚ ਖਿਡਾਰੀ ਸਨ, ਜਿਹੜੇ ਕਾਫੀ ਚਿਰ ਤੋਂ ਜੁੜੇ ਸਨ ਪਾਰਟੀ ਨਾਲ ਔਰ ਸੀਨੀਅਰ ਆਗੂ ਕਹੇ ਜਾਂਦੇ ਸਨ, ਸਰਦਾਰ ਅਵਤਾਰ ਸਿੰਘ ਹਿੱਤ ਔਰ ਓਂਕਾਰ ਸਿੰਘ ਥਾਪਰ, ਉਹ ਵੀ ਇਸ ਦੌੜ ਦੇ ਵਿੱਚ ਸ਼ਾਮਲ ਸਨ। ਪਰ ਸਾਰੀ ਸ਼ਤਰੰਜ ਦੀ ਚਾਲ ਹੈ, ਰਾਜਨੀਤੀ ਸ਼ਤਰੰਜ ਦੀ ਖੇਡ ਹੈ। ਸੋ ਅਕਾਲੀ ਹਾਈ ਕਮਾਂਡ ਵੱਲੋਂ ਜਿਹੜਾ ਲਿਫਾਫਾ ਭੇਜਿਆ ਗਿਆ ਉਹ ਸਰਦਾਰ ਅਵਤਾਰ ਸਿੰਘ ਹਿੱਤ ਨੂੰ ਸੌਂਪਿਆ ਗਿਆ। ਉਹ ਇੱਕ ਕੈਂਡੀਡੇਟ ਸਨ, ਆਪਣੇ ਆਪ ਨੂੰ ਉਸ ਰੇਸ ਵਿੱਚ ਸ਼ਾਮਲ ਰੱਖ ਰਹੇ ਸਨ ਔਰ ਦੂਸਰੇ ਜੋ ਉਸ ਰੇਸ ਦੇ ਵਿੱਚ ਸਨ ਓਂਕਾਰ ਸਿੰਘ ਥਾਪਰ। ਪਰ ਉਸ ਪ੍ਰੋਗਰਾਮ ਦੇ ਮੁਤਾਬਕ ਸਰਦਾਰ ਅਵਤਾਰ ਸਿੰਘ ਹਿੱਤ ਨੇ ਜਥੇਦਾਰ ਮਨਜੀਤ ਸਿੰਘ ਦਾ ਨਾਮ ਪ੍ਰਪੋਜ਼ ਕੀਤਾ ਔਰ ਉਸ ਤੋਂ ਬਾਅਦ ਉਸ ਦੀ ਤਾਈਦ ਸਰਦਾਰ ਓਂਕਾਰ ਸਿੰਘ ਥਾਪਰ ਨੇ ਕੀਤੀ ਅਤੇ ਸਰਬਸੰਮਤੀ ਦੇ ਨਾਲ ਇਹ ਸਾਰੀ ਚੋਣ ਨੇਪਰੇ ਚੜੀ। ਸਰਦਾਰ ਪਰਮਜੀਤ ਸਿੰਘ ਸਰਨਾ, ਉਹਨਾਂ ਦੇ ਗਰੁੱਪ ਦੇ ਧੜੇ ਦੇ ਜਿਹੜੇ 8 ਮੈਂਬਰ ਚੁਣੇ ਗਏ ਸਨ, ਉਹਨਾਂ ਵਿੱਚੋਂ ਕੇਵਲ 2 ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਪਹਿਲੀ ਇਕੱਤਰਤਾ ਦੇ ਵਿੱਚ, ਬਾਕੀ ਉਸ ਮੀਟਿੰਗ ਵਿੱਚ ਸ਼ਾਮਲ ਵੀ ਨਹੀਂ ਹੋਏ। ਪਰ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਦਿੱਲੀ ਇੱਕ ਕੇਂਦਰ ਹੈ, ਧੁਰਾ ਹੈ ਔਰ ਸਿੱਖਾਂ ਦੀ ਆਬਾਦੀ ਪੰਜਾਬ ਤੋਂ ਬਾਹਰ ਅਗਰ ਕੋਈ ਦੂਸਰੀ ਥਾਂ ਹੈ ਜਿੱਥੇ ਵੱਧ ਤੋਂ ਵੱਧ ਬਹੁਤ ਵੱਡੀ ਗਿਣਤੀ ਵਿੱਚ ਹਨ ਤਾਂ ਉਹ ਦਿੱਲੀ ਹੈ। ਪੰਥਕ ਰਾਜਨੀਤੀ ਦੇ ਵਿੱਚ ਇਸ ਦਾ ਬਹੁਤ ਵੱਡਾ ਰੋਲ ਰਿਹਾ ਹੈ। ਇੱਕ ਪਾਸੇ ਤਾਂ ਇਹ ਠੀਕ ਹੈ ਕਿ ਪੰਜਾਬ ਦੀ ਰਾਜਨੀਤੀ ਔਰ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਾਲ ਹੀ ਜਿਹੜਾ ਦਿੱਲੀ ਗੁਰਦੁਆਰਾ ਕਮੇਟੀ ਦੇ ਵਿੱਚ ਟਕਰਾਅ ਦਾ ਮਾਹੌਲ ਜਿਹੜਾ ਬਣ ਰਿਹਾ ਸੀ ਉਹ ਨਹੀਂ ਹੋਏਗਾ। ਪਰ ਦੂਸਰੇ ਪਾਸੇ ਕਿਉਂਕਿ ਝਗੜਾ ਸਟੇਜ ਦਾ ਹੁੰਦਾ ਹੈ, ਇਸ ਤੋਂ ਪਹਿਲਾਂ ਦਿੱਲੀ ਦੇ ਗੁਰਦੁਆਰਿਆਂ ਦੇ ਵਿੱਚ ਇਹ ਸਾਰੀ ਸਟੇਜ ਕੇਂਦਰ ਸਰਕਾਰ ਦੇ ਵਜ਼ੀਰ ਜਾਂ ਭਾਰਤ ਸਰਕਾਰ ਦੇ ਵਜ਼ੀਰ ਜਾਂ ਦਿੱਲੀ ਸਰਕਾਰ ਦੇ ਵਜ਼ੀਰ ਜਾਂ ਕਾਂਗਰਸੀ ਆਗੂ ਵਰਤਦੇ ਸਨ। ਹੁਣ ਉਹਨਾਂ ਦੇ ਨਾਲ ਇੱਕ ਟਕਰਾਅ ਵਾਲੀ ਹਾਲਤ ਵੀ ਹੋ ਸਕਦੀ ਹੈ ਜਾਂ ਕਈ ਐਸੇ ਕਾਰਜ ਹੋਣਗੇ ਜਿਨ੍ਹਾਂ ਦੇ ਵਿੱਚ ਰੁਕਾਵਟ ਵੀ ਪੈ ਸਕਦੀ ਹੈ। ਪਰ ਨਵੀਂ ਬਣੀ ਕਮੇਟੀ ਇਹਨਾਂ ਦੇ ਅੱਗੇ ਇੱਕ ਬਹੁਤ ਵੱਡੀ ਚੁਣੌਤੀ ਹੋਏਗੀ ਕਿ ਉਹ ਇਸ ਨੂੰ ਕਿਸ ਤਰ੍ਹਾਂ ਲੈਂਦੇ ਹਨ। ਇਸ ਤੋਂ ਇਲਾਵਾ
दूसरी मुख खबर जो अज आ रही है, परसों दे दिन इंग्लैंड की पार्लीमेंट दे विच बहस होएगी कि जिहड़ा उन्होंने एक मुद्दे दे उत्ते बहस कर रहे हैं कि भारत दे विच मौत दी जिहड़ी सज़ा है, इस दे विरोध विच इंग्लैंड की पार्लीमेंट दे विच बहस होनी है 28 तरीक नूं उत्थे दी हाउस ऑफ कॉमन्स दे विच। इस दे बहुत दूरगामी नतीजे हो सकते हैं। हालांकि ये कोई कानूनी कोई बंधन नहीं है या कानूनी तौर दे उत्ते भारत सरकार लिए इसनूं मनना लाजमी नहीं है, पर फिर भी एक अंतरराष्ट्रीय पद्धर दे उत्ते एक सारे आलमी भाईचारे दे विच एक बहुत वड्डी गल होएगी जेकर वो इत्थों स्नेहा जांदा है। और कुदरती तौर दे उत्ते इस दे विच सिख संस्थावां वल्लों वड्डी गिणती विच उत्थों दे जिन्ने MPs हन उन्हां नूं याद पत्र दिते गए हैं, उन्हां नूं मैमोरेंडम दिते गए हैं। और इस बहस दे विच ये जिहड़ी बहस आ रही है, इस दे विच दविंदरपाल सिंह भुल्लर और साहब बलवंत सिंह राजोआणा दी गल भी जरूर आएगी। साडी कोशिश है अज दे इस प्रोग्राम दे विच असीं जेकर दिल्ली दे जिहड़े नवें चुने गए प्रधान हन, असीं उन्हां नूं लाइन दे उत्ते लै सकीए और तुहाडे नाल उन्हां दी गलबात सिद्धी करवा सकीए, ताकि उन्हां दा की प्रोग्राम है, वो किस तरह हुण अपने आप नूं किहड़ा नवां प्रोग्राम देना चाहते हैं, किहड़ियां चुनौतियां सन, किहड़े वायदे सन, और जिस दे विच इतनी वड्डी पद्धर दे उत्ते दिल्ली दे विच चोणां तो पहला लड़ाई झगड़ा मार कुटाई और जिस दे विच सरदार मनजीत सिंह खुद बुरी तरह जख्मी भी होए, तां वो की कारण सन, किहड़े मुद्दे सन, उन्हां दे उत्ते बनन तो बाद हुण उन्हां दा इस दे उत्ते की वरतारा या वतीरा होवेगा, क्योंकि शायद उन्होंने खुद भी ये अंदाज़ा नहीं सी लगाया होना कि इस ग्रुप दी, इस धड़े दी इन्नी वड्डी जित हो सकती है। पर जिस तरीके दे नाल चोण नतीजे आए हैं और तकरीबन विरोधी धिर है ही नहीं, कोई विरोध नहीं होएगा, ये भी किसी तरीके दे नाल कोई अच्छा संकेत नहीं कहा जा सकता। पर फिर भी जो भी हालात हैं सानू उस दे विच विचार करनी पेगी। साडी कोशिश है जेकर असीं उन्हां नूं लाइन दे उत्ते लै के ते उन्हां नाल गलबात कर सकीए। सो ਜਿਹੜੇ प्रोग्राम सन, ਜਿਹੜੇ मुद्दे इन्हां ने चोण तो पहलां लए सन, ਉਹਦੇ ਵਿੱਚ ਸਭ ਤੋਂ ਮੁੱਖ ਮੁੱਦਾ ਸੀ ਕਿ ਟਰਾਂਸਪੇਰੈਂਸੀ ਦਾ ਪਾਰਦਰਸ਼ਤਾ ਦਾ। ਇਸ ਧੜੇ ਦਾ ਇਹ ਕਹਿਣਾ ਸੀ ਕਿ ਜਿਹੜੀ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਆਪਣੀ ਗੱਲਬਾਤ ਓਲੇ ਕਰਕੇ ਰੱਖਦੇ ਹਨ। ਸਾਡੀ ਸ਼ਾਇਦ ਸਾਨੂੰ ਲਾਈਨ ਮਿਲ ਗਈ। ਹੈਲੋ, ਹਾਂਜੀ ਸਮਨਜੀਤ ਸਿੰਘ ਜੀ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਵੀਰ ਜੀ, ਮੈਂ ਸਮਨਜੀਤ ਸਿੰਘ ਜੀ, ਮੈਂ ਗੁਰਚਰਨਜੀਤ ਸਿੰਘ ਲਾਂਬਾ ਗੈਟ ਪੰਜਾਬੀ ਦੇ ਦਰਸ਼ਕਾਂ ਦੇ ਰਾਹੀਂ ਤੁਸੀਂ ਰੂਬਰੂ ਹੋਣ ਲਈ ਅਮਰੀਕਾ ਔਰ ਕੈਨੇਡਾ ਦੇ ਦਰਸ਼ਕਾਂ ਦੇ ਸਾਹਮਣੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਔਰ ਨਾਲ ਹੀ ਤੁਹਾਨੂੰ ਇੱਕ ਬੜੀ ਵੱਡੀ, ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਤੁਹਾਨੂੰ ਪ੍ਰਾਪਤ ਹੋਈ ਹੈ, ਉਸ ਅਹੁਦੇ ਦੀ ਮੁਬਾਰਕ ਵੀ ਔਰ ਤੁਹਾਡੇ ਲਈ ਸ਼ੁਭ ਇੱਛਾਵਾਂ ਵੀ। ਥੈਂਕ ਯੂ ਲਾਂਬਾ, ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਰ ਮਨਜੀਤ ਸਿੰਘ ਜੀ, ਅਸੀਂ ਚਾਹਾਂਗੇ ਕਿਉਂਕਿ ਇਹ ਜਿਹੜੀ ਚੋਣ ਹੋਈ ਹੈ
ਸ਼ਾਇਦ ਇਸ ਦਾ ਅੰਦਾਜ਼ਾ ਆਪ ਨੂੰ ਵੀ ਨਹੀਂ ਹੋਣਾ ਕਿ ਇਸ ਤਰ੍ਹਾਂ ਦਾ ਰਿਜ਼ਲਟ ਔਰ ਇਤਨਾ ਇੱਕ ਤਰਫਾ ਹੋ ਸਕਦਾ ਹੈ। ਪਰ ਉਸ ਤੋਂ ਪਹਿਲੇ ਤੁਸੀਂ ਕਈ ਮੁੱਦੇ ਸਨ ਜਿਹੜੇ ਬਹੁਤ ਉੱਚੀ ਸੁਰ ਔਰ ਤਿੱਖੀ ਸੁਰ ਵਿੱਚ ਚੁੱਕੇ ਸੀ, ਔਰ ਇਸ ਤੋਂ ਪਹਿਲਾਂ ਤੁਹਾਡੇ ਨਾਲ ਖੁਦ ਬਜ਼ਾਤੇ ਖੁਦ ਤੁਹਾਨੂੰ ਉਸ ਦਾ ਭੁਗਤਣਾ ਵੀ ਪਿਆ, ਫਿਜ਼ੀਕਲ ਤੌਰ ਤੇ ਜ਼ਖਮੀ ਵੀ ਹੋਏ। ਤਾਂ ਕੀ ਤੁਹਾਨੂੰ ਅੰਦਾਜ਼ਾ ਸੀ ਕਿ ਰਿਜ਼ਲਟ ਇਸੇ ਤਰੀਕੇ ਦੇ ਨਤੀਜੇ ਹੋਣਗੇ ਜਿਹੜੇ ਹੋਏ ਹਨ? ਇਹਦਾ ਤੁਹਾਨੂੰ ਅੰਦਾਜ਼ ਸੀ? ਇਸ ਤਰ੍ਹਾਂ ਜੀ ਕਿ ਇਹ ਰਿਜ਼ਲਟ ਇਸ ਤਰੀਕੇ ਦਾ ਹੋਏਗਾ, ਬਿਲਕੁਲ ਜਿਹੜਾ ਸੀ ਸਾਨੂੰ ਇਸ ਚੀਜ਼ ਦਾ ਵਿਸ਼ਵਾਸ ਸੀਗਾ ਜੀ, ਕਿਉਂਕਿ ਜਿੰਨੀ ਕੁ ਗੜਬੜੀਆਂ ਪਿਛਲੇ 10-12 ਸਾਲਾਂ 'ਚ ਉਸ ਵੇਲੇ ਦੀ ਕਮੇਟੀ ਨੇ ਕੀਤੀਆਂ ਸੀਗੀਆਂ ਜੀ, ਸਾਨੂੰ ਕੋਈ ਨਹੀਂ ਸੀਗਾ ਜੀ। ਹਾਂ, ਇਹ ਜ਼ਰੂਰ ਕਿ ਅਸੀਂ ਮੇਰੀ ਹਾਇਰ ਲਿਮਿਟ ਮੈਂ 32 ਸੀਟ ਸਮਝਦਾ ਸੀਗਾ ਜੀ, ਲੇਕਿਨ 37 ਸੀਟਾਂ ਮੈਂ ਸਮਝਦਾ ਵਾਂ ਕਿ ਅਸੀਂ ਵੀ ਸੰਗਤਾਂ ਦਾ ਗੁੱਸਾ ਅਸੈਸ ਨਹੀਂ ਕਰ ਪਾਏ ਕਿ ਉਹਨਾਂ ਦੇ ਖਿਲਾਫ ਕਿੰਨਾ ਕੁ ਗੁੱਸਾ ਹੈ ਜੀ, ਸੰਗਤਾਂ ਦਾ। ਜੀ, ਉਹ ਗੁੱਸਾ ਉਹਨਾਂ ਦੀਆਂ ਕਰਪਸ਼ਨ ਦੇ ਖਿਲਾਫ, ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਸਿੱਖਾਂ ਨੂੰ ਵੰਡਣ ਦੀ ਜਿਹੜੀ ਗੱਲ ਕੀਤੀ ਸੀ ਜੀ, ਉਹਦੇ ਖਿਲਾਫ, ਔਰ ਸਕੂਲ ਐਜੂਕੇਸ਼ਨ ਅਦਾਰੇ ਜਿਨ੍ਹਾਂ ਦਾ ਸਟੈਂਡਰਡ ਬਹੁਤ ਹੀ ਜ਼ਿਆਦਾ ਜੀ, ਗੇਰ ਦਿੱਤਾ ਹੈ ਜੀ, ਔਰ ਇਸ ਤੋਂ ਇਲਾਵਾ 1984 ਰਾਇਟਸ ਤੇ ਜੀ, ਸਰਨਾ ਐਂਡ ਕੰਪਨੀ ਜਿਹੜੀ ਹੈ ਜੀ, ਕਦੀ ਇਹਨਾਂ ਨੇ ਮੂੰਹ ਨਹੀਂ ਖੋਲ੍ਹਿਆ ਜੀ, ਔਰ ਹਮੇਸ਼ਾ 84 ਦੇ ਜਿਹੜੇ ਕਾਤਲ ਨੇ ਜੀ, ਉਹਨਾਂ ਦੇ ਪੱਖ ਪੂਰਦੀ ਰਹੀ ਹੈ ਜੀ, ਤੇ ਮੈਂ ਸਮਝਦਾ ਵਾਂ ਦਿੱਲੀ ਦੀ ਸੰਗਤ ਨੇ ਜੀ, ਔਰ ਦਿੱਲੀ ਦੇ ਵਿੱਚ 12-15 ਲੱਖ ਸਿੱਖ ਵਸਦਾ ਹੈ, ਜੀ, ਉਹਨਾਂ ਨੇ ਆਪਣੀ ਵਰਡਿਕਟ ਦਿੱਤੀ ਹੈ। ਜੀ, 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 ਠੀਕ ਹੈ। ਸਰ ਮਨਜੀਤ ਸਿੰਘ ਜੀ, ਇਹਦੇ ਚੋਂ 2-3 ਗੱਲਾਂ ਉੱਭਰ ਕੇ ਆ ਰਹੀਆਂ ਜਿਹੜੀਆਂ ਤੁਸੀਂ ਗੱਲ ਕਰ ਰਹੇ ਹੋ। ਤੁਸੀਂ ਕਹਿ ਰਹੇ ਹੋ ਕਿ 15-16 ਲੱਖ ਸਿੱਖ ਵਸਦਾ ਹੈ, ਪਰ ਦੂਸਰੇ ਪਾਸੇ ਇਹ ਵੀ ਕਿਤਨੀ ਹੈਰਾਨੀ ਦੀ ਗੱਲ ਹੈ ਕਿ ਸਿਰਫ 2-2.5 ਲੱਖ ਹੀ ਇਸ ਚੋਣਾਂ ਵਿੱਚ ਸ਼ਾਮਲ ਹੋਇਆ। ਇਹ ਸਿੱਖਾਂ ਦੀ ਉਪਰਾਮਤਾ ਜਿਹੜੀ ਹੈ ਇਹ ਪ੍ਰਬੰਧਕਾਂ ਦੇ, ਪ੍ਰਬੰਧ ਦੇ, ਨਿਜ਼ਾਮ ਦੇ ਜਾਂ ਰਾਜਨੀਤੀ ਕਰਕੇ ਉਸ ਤੋਂ ਦੂਰ ਹੈ? ਆਮ ਸਿੱਖ ਆਪਣਾ ਫਰਜ਼ ਪੂਰਾ ਨਹੀਂ ਕਰ ਰਿਹਾ? ਇਸ ਤਰ੍ਹਾਂ ਜੀ ਕਿ ਇੱਕ ਤਾਂ ਇਹ ਕਾਰਨ ਹੈ, ਦੂਜਾ ਵੱਡਾ ਕਾਰਨ ਇਹ ਹੈ ਕਿ ਸਰਕਾਰ ਜਿਹਦਾ ਕੰਮ ਹੈ ਵੋਟਾਂ ਬਣਾਉਣਾ ਜੀ, ਉਹ ਕਦੀ ਸੀਰੀਅਸ ਨਹੀਂ ਜੀ, ਉਹਨਾਂ ਨੇ 4 ਲੱਖ ਦੇ ਕਰੀਬ ਵੋਟਾਂ ਬਣੀਆਂ ਜੀ, ਔਰ ਉਹਦੇ ਵਿੱਚੋਂ ਵੀ ਸਮਝ ਲਓ 3 ਲੱਖ ਜੈਨੂਇਨ ਹੋਣੀਆਂ ਨੇ ਜੀ, ਬਾਕੀ ਕੋ ਮਰ ਗਏ ਡੁਪਲੀਕੇਟ ਜੀ। ਤੇ ਇਸ ਕਰਕੇ ਗਵਰਨਮੈਂਟ ਜਿਹੜੀ ਹੈ ਹਾਂਜੀ, ਉਸਨੇ ਕਦੀ ਵੀ ਵੋਟਾਂ ਠੀਕ ਬਣਾਉਣ ਵਾਲੇ ਪਾਸੇ ਨਹੀਂ ਤੁਰੀ। ਜੀ, 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 ਔਰ ਜਿੰਨੀਆਂ ਵੀ ਵੋਟਾਂ ਦਿੱਲੀ 'ਚ ਬਣਦੀਆਂ ਰਿਜ਼ਲਟ ਜਿਹੜਾ ਸੀ ਇਹੀ ਰਹਿਣਾ ਸੀਗਾ। ਜੀ, ਜੀ। ਤੇ ਸਮਜੀਤ ਸਿੰਘ ਜੀ, ਇੱਕ ਗੱਲ ਹੋਰ ਤੁਸੀਂ ਕਹੀ ਜਿਹੜੀ ਕਿ ਕਾਫੀ ਮਹੱਤਵਪੂਰਨ ਹੈ ਕਿ ਸਰਦਾਰ ਪਰਮਜੀਤ ਸਿੰਘ ਸਰਨਾ ਜਾਂ ਉਹਨਾਂ ਦਾ ਧੜਾ ਸਿੱਖਾਂ ਦੇ ਉਸ ਸਾਇਲੈਂਟ ਗੁੱਸੇ ਨੂੰ ਭਾਪ ਨਹੀਂ ਪਾਇਆ, ਨਹੀਂ ਮਹਿਸੂਸ ਕਰ ਸਕਿਆ। ਇਸ ਦਾ ਮਤਲਬ ਹੈ ਕਿ ਇਹ ਇੱਕ ਚੇਤਾਵਨੀ ਮੌਜੂਦਾ ਕਮੇਟੀ ਕੋਲ ਲਈ ਵੀ ਹੋਏਗੀ ਕਿ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਜ਼ਰੂਰ ਮੱਦੇਨਜ਼ਰ ਰੱਖਣ। ਇਸ ਤਰ੍ਹਾਂ ਜੀ ਕਿ ਇਹ ਗੱਲ ਬਿਲਕੁਲ ਠੀਕ ਕਹੀ ਹੈ ਜੀ, ਇਹ ਜਿਹੜਾ ਇਹ ਹਾਰ ਹੋਈ ਹੈ, ਹੰਕਾਰ ਹਾਰ ਹੋਈ ਹੈ ਜੀ, ਇਹ ਬਦ ਕਲਾਮੀ ਦੀ ਹਾਰ ਹੋਈ ਹੈ ਜੀ, ਇਹ ਉਸ ਗੁੰਡਗੀ ਦੀ ਹਾਰ ਹੋਈ ਹੈ ਜਿਹੜੀ ਗੱਲ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਫਿਜ਼ੀਕਲੀ ਮੇਰੇ ਉੱਤੇ ਜਿੱਦਾਂ ਹਮਲਾ ਕੀਤਾ ਗਿਆ ਸੀ। ਜੀ, ਇੱਕ ਬੰਦਾ ਗੁਰਦੁਆਰੇ ਜਾਏ ਮੀਟਿੰਗ ਅਟੈਂਡ ਕਰਨ ਜੀ, ਤੇ ਤੁਸੀਂ ਉਸ ਨੂੰ ਕਿਰਪਾਨਾਂ ਮਾਰੋ ਜੀ, ਔਰ ਫਿਰ ਕਿ ਸਾਡੀ ਲੜਾਈ ਸਿਰਫ ਸਰਨਾ ਨਾਲ ਨਹੀਂ ਸੀ, ਜੀ, ਦਿੱਲੀ ਦੀ ਸ਼ੀਰਾ ਦੀ ਸਰਕਾਰ ਔਰ ਸੈਂਟਰ ਦੀ ਸਰਕਾਰ ਨਾਲ ਸੀ ਜਿਹੜੀ 2 ਸਾਲ ਤੋਂ ਵੱਧ ਇਲੈਕਸ਼ਨ ਡਿਊ ਹੋ ਚੁੱਕੇ ਸੀ, ਉਹ ਨਹੀਂ ਕਰਾ ਰਹੇ ਸੀ। ਹਾਂਜੀ, 4 ਸਾਲ ਤੋਂ ਸਰਨਾ ਸਾਹਿਬ ਦੀ ਇਲੈਕਸ਼ਨ ਡਿਊ ਇੰਟਰਨਲ ਪ੍ਰੈਜ਼ੀਡੈਂਟ ਦੀ ਜੀ, ਉਹ ਨਹੀਂ ਕਰਾ ਰਹੇ ਸੀ ਜੀ। ਔਰ ਉਹਨਾਂ ਦਾ ਇੱਕੋ ਇੱਕ ਇਸ਼ੂ ਸੀਗਾ ਕਿ ਅਸੀਂ ਨਵੰਬਰ 2013 ਤੱਕ ਜੀ, ਜਦ ਤੱਕ ਸ਼ੀਲਾ ਦੀ ਇਲੈਕਸ਼ਨ ਨਹੀਂ ਹੋ ਜਾਂਦੀ ਹਾਂਜੀ, ਅਸੀਂ ਤੁਹਾਡੀਆਂ ਇਲੈਕਸ਼ਨਾਂ ਨਹੀਂ ਕਰਾਉਣੀਆਂ। ਬਿਲकुल, ये गल शीला चीफ मिनिस्टर ने आप कही जी कि भाई हम नहीं कि हम इलेक्शन कराए, हमने अपना वो सर्वे कराया है, ये हारेंगे
और हम आपको अपने सर पे नहीं बैठा सकते। ਮੈਨੂੰ ਇਹ ਦੱਸੋ जी ਡੈਮੋਕ੍ਰੈਟਿਕ ਪ੍ਰੋਸੈਸ ਨੂੰ ਕਿਉਂ ਰੋਕਿਆ ਜਾ ਰਿਹਾ ਸੀ? जी 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 ਇਸ ਲਈ ਰੋਕਿਆ ਜਾ ਰਿਹਾ ਸੀਗਾ ਕਿ ਗੈਰ ਕਾਨੂੰਨੀ ਢੰਗ ਨਾਲ ਉਹਨਾਂ ਨੂੰ ਕਬਜ਼ਾ ਦਿੱਤਾ ਹੋਇਆ ਸੀਗਾ। जी 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 ਇਹ ਤਾਂ ਬਿਲਕੁਲ ਸਪਸ਼ਟ ਹੈ, ਕਿਉਂਕਿ ਜਿਹੜੀ ਫਿਰ ਉਹਨਾਂ ਨੇ ਸਰਕਾਰ ਨੇ, ਦਿੱਲੀ ਦੀ ਸਰਕਾਰ ਨੇ ਸਿੱਖਾਂ ਦੀਆਂ ਹੋਰ ਸੈਂਕੜੇ ਮੰਗਾਂ ਪਈਆਂ ਹੋਈਆਂ ਕੋਲਡ ਸਟੋਰੇਜ ਵਿੱਚ, ਉਹਦੇ ਲਈ ਕੋਈ ਕਾਲ ਨਹੀਂ ਸੀ। ਪਰ ਦਿੱਲੀ ਗੁਰਦੁਆਰਾ ਐਕਟ ਵਿੱਚ ਅਮੈਂਡਮੈਂਟ ਕਰਕੇ ਸਿੱਧੀ ਪ੍ਰਧਾਨ ਦੀ ਚੋਣ ਲਈ ਇਹ ਬਹੁਤ ਜਲਦਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਔਰ ਸਿੱਖਾਂ ਦੇ ਵਿਰੋਧ ਦੇ ਬਾਵਜੂਦ ਇਸ ਤੋਂ ਸਪਸ਼ਟ ਹੈ ਕਿ ਸਰਕਾਰ ਦਿੱਲੀ ਦੀ ਸਟੇਜ ਦੇ ਉੱਤੋਂ ਕਬਜ਼ਾ ਨਹੀਂ ਸੀ ਛੱਡਣਾ ਚਾਹੁੰਦੀ। ਪਰ ਇਸ ਦੇ ਨਾਲ ਹੀ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਕਿ ਤੁਹਾਡੇ ਤੇ ਹਮਲਾ ਹੋਇਆ, ਜਿਹਦੀਆਂ ਤਸਵੀਰਾਂ ਵੀ ਅਸੀਂ ਕੁਝ ਦਿਖਾਵਾਂਗੇ, ਪਰ ਉਸ ਦੇ ਨਾਲ ਇਹ ਦੱਸੋ ਕਿ ਕੀ ਇਹ ਲੋਕਲ ਸੇਵਾਦਾਰ ਸਨ ਜਾਂ ਇਹ ਕਿਹੜਾ ਅਨਸਰ ਸੀ ਜਿਨ੍ਹਾਂ ਦੇ ਉੱਤੇ ਹਮਲਾ ਕੀਤਾ? ਪਰ ਇੱਕ ਛੋਟੇ ਜਿਹੇ ਵਕਫੇ ਦੇ ਬਾਅਦ ਅਸੀਂ ਮਿਲਦੇ ਹਾਂ, ਤੁਸੀਂ ਲਾਈਨ ਦੇ ਉੱਤੇ ਰਹਿਣਾ ਪਲੀਜ਼। ਹਾਂਜੀ ਥੈਂਕ ਯੂ। ਹਾਂਜੀ ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਡੇ ਨਾਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਨਵੇਂ ਚੁਣੇ ਪ੍ਰਧਾਨ ਸਰਦਾਰ ਜੀਕੇ ਸਾਹਿਬ, ਮਨਜੀਤ ਸਿੰਘ ਜੀ ਜੀਕੇ, ਉਹ ਸਾਡੇ ਨਾਲ ਲਾਈਨ ਦੇ ਉੱਤੇ ਹਨ ਔਰ ਕਾਫੀ ਅਹਿਮ ਜਾਣਕਾਰੀ ਦੇ ਰਹੇ ਹਨ। ਕੱਲ ਸਿੰਘ ਸਾਹਿਬ ਜਥੇਦਾਰ ਰਣਜੀਤ ਸਿੰਘ ਜੀ ਨੇ ਦੱਸਿਆ ਸੀ ਕੌਣ ਬਣਨਗੇ ਔਰ ਉਹਨਾਂ ਦੀ ਪੇਸ਼ੀਨਗੋਈ ਸਹੀ ਸਾਬਤ ਹੋਈ, ਔਰ ਉਸ ਦੇ ਬਾਅਦ ਅੱਜ ਸਾਹਿਬ ਮਨਜੀਤ ਸਿੰਘ ਖੁਦ ਸਾਡੇ ਨਾਲ ਹਨ ਔਰ ਆਪਣੇ ਪ੍ਰੋਗਰਾਮ ਦੇ ਬਾਰੇ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਹਨ ਉਸ ਦੇ ਬਾਰੇ ਸਾਡੇ ਨਾਲ ਗੱਲਬਾਤ ਕਰ ਰਹੇ ਹਨ। ਸਾਹਿਬ ਮਨਜੀਤ ਸਿੰਘ ਜੀ, ਵਕਫੇ ਦੇ ਬਾਅਦ ਫਿਰ ਤੁਹਾਡਾ ਨਿੱਘਾ ਸਵਾਗਤ ਹੈ। ਮੈਂ ਸਿਰਫ ਇਹ ਜਾਣਨਾ ਚਾਹਾਂਗੇ ਕਿ ਜਿਹੜਾ ਤੁਹਾਡੇ ਤੇ ਹਮਲਾ ਹੋਇਆ ਸੀ ਉਹ ਕੌਣ ਵਿਅਕਤੀ ਸਨ? ਕੀ ਦਿੱਲੀ ਦੇ ਜਾਂ ਉਹਨਾਂ ਦੇ ਸੇਵਾਦਾਰ ਸਨ, ਜਾਂ ਉਹ, ਕਿਉਂਕਿ ਬਾਰ-ਬਾਰ ਕਿਹਾ ਜਾ ਰਿਹਾ ਸੀ ਕਿ ਉਹ ਸਾਡੇ ਸੇਵਾਦਾਰ ਸਨ, ਉਹਨਾਂ ਤੇ ਹਮਲਾ ਹੋਇਆ ਸੀ, ਉਹਨਾਂ ਨੇ ਆਪਣੇ ਬਚਾਅ ਦੇ ਵਿੱਚ ਕੀਤਾ, ਅਸਲੀਅਤ ਕੀ ਸੀ? ਇਸ ਤਰ੍ਹਾਂ ਜੀ ਗੁਰਦੁਆਰਾ ਕਮੇਟੀ ਦੇ ਕੋਈ ਮੈਂ ਸਮਝਦਾ ਕਿ 4000 ਦੇ ਕਰੀਬ ਸੇਵਾਦਾਰ ਹਨ ਜੀ, ਔਰ ਅੱਜ ਤੱਕ ਮੈਨੂੰ ਵੀ 32 ਸਾਲ ਹੋ ਗਏ। ਮੇਰੇ ਪਿਤਾ ਨੂੰ ਗੋਲੀ ਲੱਗੀ ਸੀ 21 ਦਸੰਬਰ 1982 ਨੂੰ ਜਥੇਦਾਰ ਸੰਤੋਖ ਸਿੰਘ ਹੋਰਾਂ। ਜੀ ਹਾਂ ਜੀ ਜੀ ਹਾਂ ਜੀ। ਇਹ 21 ਦਸੰਬਰ 1981 ਜੀ ਹਾਂ। ਤੇ ਅੱਜ ਤੱਕ ਕਿਸੇ ਨੇ ਹਮਲਾ ਸਾਡੇ ਤੇ ਸੇਵਾਦਾਰ ਨੇ ਨਹੀਂ ਕੀਤਾ ਜੀ। ਇਹ ਇੱਕ ਟਾਸਕ ਫੋਰਸ ਆਈ ਸੀ, ਜਿਹੜੇ ਦਿੱਲੀ ਦੇ ਗੁਰਦੁਆਰਾ ਕਮੇਟੀ ਦੇ ਜਿਹੜੇ ਸੇਵਾਦਾਰ ਨੇ ਉਹ ਇੰਨੇ ਅੰਡਰ ਨੇ ਕਿ ਆਪਣੇ ਬੱਚਿਆਂ ਦੀ ਫੀਸਾਂ ਨਹੀਂ ਦੇ ਸਕਦੇ ਜੀ। ਇਹ ਇੱਕ ਗੁੰਡਿਆਂ ਦੀ ਫੌਜ 100 ਬੰਦੇ ਦੀ ਜੀ, ਜਿਹਦਾ ਕੋਈ ਇੰਨੇ ਦਾ ਸੈਲਰੀ ਬਿੱਲ ਜਿਹੜਾ ਸੀਗਾ ਉਹ 15 ਲੱਖ ਤੋਂ ਉੱਤੇ ਆਂਦਾ ਸੀਗਾ ਜੀ, ਉਹ ਇਹਨਾਂ ਨੇ ਮੇਨਟੇਨ ਕੀਤੀ ਹੋਈ ਸੀਗੀ ਜੀ। ਔਰ ਉਸ ਨਾਲ ਇਹਨਾਂ ਨੇ ਹਸਪੀਟਲ ਵੇਚਣ ਦੀ ਗੱਲ ਕੀਤੀ ਹੈ। ਉਹ ਹਸਪੀਟਲ ਜਦੋਂ ਅਸੀਂ ਉਹਦਾ ਪ੍ਰੋਟੈਸਟ ਕੀਤਾ ਤੇ ਸਾਲ ਕੁਲਦੀਪ ਸਿੰਘ ਭੋਗਲ ਜਿਹੜੇ ਉਸ ਇਲਾਕੇ 'ਚ ਰਹਿੰਦੇ ਨੇ ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਜੀ। ਇਹੀ ਟਾਸਕ ਫੋਰਸ ਇਹਨਾਂ ਨੇ ਬਣਾਈ ਸੀ ਜਦੋਂ ਕਾਰਪੋਰੇਸ਼ਨ ਦੀ ਇਲੈਕਸ਼ਨਾਂ ਹੋਈਆਂ ਅਪ੍ਰੈਲ ਦੇ ਵਿੱਚ ਪਿਛਲੇ ਸਾਲ ਜੀ। ਇਹ ਮਨਜਿੰਦਰ ਸਿੰਘ ਜਿਹੜੇ ਯੂਥ ਦੇ ਪ੍ਰੈਜ਼ੀਡੈਂਟ ਮੇਰੇ ਨਾਲ ਜਨਰਲ ਸੈਕਟਰੀ ਬਣੇ ਨੇ ਜੀ, ਉਹਨਾਂ ਦੇ ਹਲਕੇ ਜਾ ਕੇ ਉਹਨਾਂ ਦੀ ਵਾਈਸ ਇਲੈਕਸ਼ਨ ਲੜ ਰਹੀ ਸੀ, ਉਹਨਾਂ ਤੇ ਹਮਲਾ ਕੀਤਾ ਜੀ। ਇਹੀ ਟਾਸਕ ਜਦੋਂ ਮੈਂ ਮੀਟਿੰਗ ਅਟੈਂਡ ਕਰਨ ਗਿਆ ਹਾਂਜੀ, ਔਰ ਇਹ ਟਾਸਕ ਜਿਹੜੇ ਮੁੱਢੀ ਸੀਗੇ ਜੀ, ਉਹਨਾਂ ਦੇ ਉੱਤੇ ਰੇਪ ਮੁਕੱਦਮੇ ਨੇ, ਉਹਨਾਂ ਦੇ ਉੱਤੇ ਕਿਡਨੈਪ ਦੇ ਮੁਕੱਦਮੇ ਨੇ। ਕੌਣ ਹੈਗਾ ਉਹ ਵਿਅਕਤੀ? ਉਹਦਾ ਕੀ ਨਾਮ ਹੈ? ਉਹ ਇੱਕ ਉਹਨਾਂ ਚ ਚਰਨਜੀਤ ਸਿੰਘ ਝਬਾਲ ਹੈ। ਹਾਂਜੀ। ਇੱਕ ਉਹਦੇ ਚ ਮਨਜੀਤ ਸਿੰਘ ਹੈਗਾ। ਮਨਜੀਤ ਸਿੰਘ ਝਬਾਲ ਹੈ, ਚਰਨਜੀਤ ਚੰਨੀ ਹੈ। ਜੀ ਜੀ। ਇਹ ਦੋ ਬੰਦੇ ਇਹ ਦੋਵਾਂ ਦੇ ਉੱਤੇ ਮਰਡਰ ਦੇ, ਜੀ, ਕਿਡਨੈਪਿੰਗ ਦੇ, ਰੇਪ ਦੇ, ਆਰਮਸ ਐਕਟ ਦੇ, ਯੂ ਨੇਮ ਐਨੀਥਿੰਗ, ਇਹਨਾਂ ਦੇ ਉੱਤੇ ਹਿਸਟਰੀ ਸ਼ੀਟਰ ਨੇ ਲੱਭ ਕੇ ਲਿਆਂਦੇ ਗਏ ਸੀ। ਇਹਨਾਂ ਨੂੰ ਟਾਸਕ ਦਿੱਤਾ ਗਿਆ ਸੀ ਕਿ ਸ਼ਾਇਦ ਮਨਜੀਤ ਸਿੰਘ ਨੂੰ ਰਾਹ ਦੇ ਵਿੱਚੋਂ ਹਟਾ ਦਿੱਤਾ ਜਾਵੇ ਜੀ, ਕਿਉਂਕਿ ਰਿਜ਼ਲਟ ਇਹਨਾਂ ਨੂੰ ਪਤਾ ਸੀ ਕੀ ਹੋਣਾ। ਬਟ ਐਨੀਵੇ, ਮਤਲਬ ਤੁਸੀਂ ਗੁਰਦੁਆਰੇ ਦੇ ਜਿਹੜੇ ਸਟਾਫ 30 ਸਾਲ 35 ਸਾਲ ਤੋਂ ਨੌਕਰੀ ਕਰਦੇ ਨੇ ਜੀ ਜੀ ਜੀ, ਉਹਨਾਂ ਨੂੰ ਤੇ ਇੱਥੋਂ ਦੇ ਹਿਸਾਬ ਨਾਲ 65 ਤਨਖਾਹ ਦਿੱਤੀ ਜਾਵੇ। ਹਾਂਜੀ। ਤੇ ਇਹ ਜਿਹੜੇ
ਬਾਂਹ 'ਚ ਰੱਖੇ ਸੀ ਹਾਂਜੀ ਉਹ 15,000 ਰੁਪਏ ਮਹੀਨਾ ਰਹਿਣਾ, ਕੱਪੜੇ, ਖਾਣਾ ਉਹਨਾਂ ਲਈ। ਸੋ ਇਹ ਮੈਂ ਸਮਝਦਾ ਵਾਂ ਕਿ ਟੋਟਲ ਜਿਹੜਾ ਹੈ ਜੀ ਇਹ ਗੁੰਡਿਆਂ ਦੀ ਫੌਜ ਜਿਨ੍ਹਾਂ ਨੇ ਜਿਹਨੇ ਹਮਲਾ ਕੀਤਾ। ਸਰ ਮਨਜੀਤ ਸਿੰਘ ਜੀ, ਤੁਸੀਂ ਬਣਨ ਤੋਂ ਬਾਅਦ ਇੱਕ ਗੱਲ ਕਹੀ ਹੈ ਕਿ ਅਸੀਂ ਪਿਛਲੀਆਂ ਗੱਲਾਂ ਭੁੱਲ ਜਾਵਾਂਗੇ, ਕੀ ਇਸ ਗੱਲ ਨੂੰ ਵੀ ਭੁਲਾ ਕੇ ਅੱਗੇ ਤੁਰੋਗੇ ਕਿ ਇਹ ਜਿਹੜੀ ਕ੍ਰਿਮੀਨਲ ਕਾਰਵਾਈ ਸੀ ਇਸ ਦੀ ਤੁਸੀਂ ਫਾਲੋ ਅਪ ਕਰੋਗੇ? ਇਸ ਤਰ੍ਹਾਂ ਜੀ ਕਿ ਕ੍ਰਿਮੀਨਲ ਕਾਰਵਾਈ ਮੇਰੀ ਮਜਬੂਰੀ ਹੈ ਫਾਲੋ ਅਪ ਕਰਨਾ ਜੀ। ਵਜ੍ਹਾ ਕੀ ਹੈ ਕਿ ਤੁਸੀਂ ਟੀਵੀ ਦੇ ਸਾਰੇ ਸੀਨ ਦੇਖੇ ਨੇ, ਤੁਸੀਂ ਕਿਹਾ ਤੁਸੀਂ ਹੁਣ ਵੀ ਦਿਖਾਓਗੇ। ਜੀ 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 ਮੈਂ ਇਕੱਲਾ ਗਿਆ ਵਾਂ, ਨਿਹੱਥਾ ਗਿਆ ਜੀ, ਮੇਰੇ ਕੋਲ ਸਿਕਿਉਰਿਟੀ ਵੀ ਮੌਜੂਦ ਸੀ। ਮੈਂ ਘਰ ਛੱਡ ਕੇ ਗਿਆ ਕਿਉਂਕਿ ਗੁਰਦੁਆਰੇ ਜਾਣ ਲੱਗਿਆ ਮੈਨੂੰ ਕਿਸੇ ਸਿਕਿਉਰਿਟੀ ਦੀ ਲੋੜ ਨਹੀਂ। ਠੀਕ ਹੈ ਠੀਕ ਹੈ। ਜਦੋਂ ਇਹ ਝਗੜੇ ਤੋਂ ਬਾਅਦ ਮੇਰੇ ਉੱਤੇ ਜੀ 307 ਮੁਕੱਦਮਾ ਅਟੈਂਪਟਡ ਮਰਡਰ ਇਹ ਦਿੱਲੀ ਵੱਲੋਂ ਮੇਰੇ ਤੇ ਪਾਇਆ ਗਿਆ ਜੀ ਜੀ। ਹਾਂਜੀ ਆਪਾਂ ਗੱਲ ਕਰਦੇ ਹਾਂ ਦੀ, ਆਪਾਂ ਕਿਤੇ ਹੋਰ ਦੀ। ਪਾਰਲੀਮੈਂਟ ਦੇ ਸਾਹਮਣੇ ਸਰਪੰਚ ਸਾਹਿਬ ਹੈ, ਮਤਲਬ ਪਾਰਲੀਮੈਂਟ ਦੇ ਸਾਹਮਣੇ ਹਮਲਾ ਹੋਇਆ ਹੋਵੇ ਔਰ ਸਾਰੇ ਟੀਵੀ ਚੈਨਲਾਂ ਨੇ ਦੇਖਿਆ ਹੋਵੇ ਜੀ ਜੀ ਕਿ ਦੇ ਹੈਵ me under 307 that amounts to attempted murder। ਜੀ 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 ਜੀ। ਅੱਛਾ ਮਨਜੀਤ ਸਿੰਘ ਜੀ, ਮੈਂ ਸਮਝ ਗਿਆ ਇਹ ਇੱਕ ਬੜਾ ਗੰਭੀਰ ਹੈ, ਇਹਦਾ ਮਤਲਬ ਕਾਨੂੰਨੀ ਕਾਰਵਾਈ ਚੱਲੇਗੀ। ਪਰ ਇਸ ਤੋਂ ਪਹਿਲਾਂ ਤੁਸੀਂ ਦੋ ਜਿਹੜੇ ਇਸ਼ੂ ਮੇਨ ਲਏ ਸੀ, ਇੱਕ ਰਕਾਬਗੰਜ ਸਾਹਿਬ ਦੀ ਪਾਰਕਿੰਗ ਦਾ ਜਿਹੜਾ ਮੁੱਦਾ ਸੀ ਔਰ ਦੂਸਰਾ ਸੀਗਾ ਬਾਲਾ ਸਾਹਿਬ ਦਾ, ਔਰ ਇਸ ਦੇ ਨਾਲ ਹੀ ਜੁੜਿਆ ਸੀ ਕਿ ਆਰਟੀਆਈ ਦੇ ਦਿੱਲੀ ਗੁਰਦੁਆਰਾ ਕਮੇਟੀ ਸਰ ਸਰਨਾ ਸਾਹਿਬ ਵਿਰੋਧ ਕਰ ਰਹੇ ਸਨ ਕਿ ਉਹਨਾਂ ਦੇ ਉੱਤੇ ਰਾਈਟ ਟੂ ਇਨਫੋਰਮੇਸ਼ਨ ਐਕਟ ਲਾਗੂ ਨਹੀਂ ਹੋਣਾ ਚਾਹੀਦਾ। ਸਿੱਖ ਫੋਰਮ ਤੁਹਾਡੇ ਨਾਲ ਮਿਲ ਕੇ ਇਸ ਗੱਲ ਦੇ ਉੱਤੇ ਤੁਸੀਂ ਯਕੀਨ ਦਿਵਾਇਆ ਸੀ ਕਿ ਜੇ ਤੁਹਾਡੀ ਕਮੇਟੀ ਬਣੇਗੀ ਤੁਸੀਂ ਆਰਟੀਆਈ ਲਾਗੂ ਕਰੋਗੇ। ਕੀ ਹਾਲੇ ਵੀ ਤੁਸੀਂ ਇਹ ਯਕੀਨ ਦਿਵਾਉਂਦੇ ਹੋ ਕਿ ਆਰਟੀਆਈ ਆਪਣੇ ਤੇ ਲਾਗੂ ਕਰਵਾਓਗੇ ਜਾਂ ਤੁਸੀਂ ਇਸ ਦੇ ਤੇ ਕੋਈ ਹੋਰ ਰੱਦੇ ਅਮਲ ਹੋਏਗਾ? ਇਸ ਤਰ੍ਹਾਂ ਜੀ ਕਿ ਆਰਟੀਆਈ ਬਿਲਕੁਲ ਆਪਣੇ ਤੇ ਲਾਗੂ ਕਰਾਂਗੇ ਜੀ। ਨੰਬਰ 1 ਜੀ ਅਸੀਂ ਆਨਲਾਈਨ ਹੋਣਗੇ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪਏਗੀ ਜੀ। ਆਨਲਾਈਨ ਅਰੇ ਉਹ ਜਦੋਂ ਮਰਜ਼ੀ ਚਾਹੇ ਚੈੱਕ ਕਰ ਸਕੇਗਾ ਜੀ। ਤੀਜੀ ਗੱਲ, ਬਾਲਾ ਸਾਹਿਬ ਹਸਪੀਟਲ ਜੀ ਬੜਾ ਸੀਰੀਅਸ ਹੈ ਹਾਂਜੀ। ਇਹਨਾਂ ਨੇ ਇੱਕ ਪ੍ਰਾਈਵੇਟ ਕੰਪਨੀ ਨੂੰ ਹਾਂਜੀ ਗਲਤ ਟਰਸਟ ਬਣਾ ਕੇ ਟ੍ਰਾਂਸਫਰ ਕੀਤਾ ਜੀ, ਔਰ ਟ੍ਰਾਂਸਫਰ ਕਰਨ ਤੋਂ ਬਾਅਦ ਸਾਡੀ ਇਲੈਕਸ਼ਨ ਪਿਛਲੇ ਮਹੀਨੇ 26 ਤਰੀਕ ਹੋਈ ਸੀ ਹਾਂਜੀ, ਔਰ ਸਾਡੀ ਇਲੈਕਸ਼ਨ ਪਿਛਲੇ ਮਹੀਨੇ 27 ਤਰੀਕ ਹੋਈ ਸੀ ਹਾਂਜੀ, ਔਰ ਇਹ 26 ਤਰੀਕ ਇੱਕ ਮਹੀਨੇ ਬਾਅਦ ਸਾਨੂੰ ਕੱਲ ਚਾਰਜ ਦਿੱਤਾ ਜੀ। ਇਸ ਦੌਰਾਨ ਇੰਪੋਰਟੈਂਟ ਗੱਲ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਜੀ, ਇਸ ਦੌਰਾਨ ਜਿਨ੍ਹਾਂ ਨੂੰ ਇਹਨਾਂ ਨੇ BL ਕਪੂਰ ਜਿਹਨੂੰ ਹਸਪੀਟਲ ਇਹਨਾਂ ਨੇ ਵੇਚਿਆ ਹੈ ਜੀ, ਉਸ ਨੂੰ ਇਹਨਾਂ ਨੇ ਸਟੇ ਲੈ ਦਿੱਤਾ ਹੈ। ਅੱਛਾ, ਜਿੱਦਾਂ ਹਾਕੀ ਜਾਂ ਖੇਲਦੇ ਆ ਨਾ, ਅਸੀਂ ਕਹਿੰਦੇ ਨਾ ਸੈਲਫ ਗੋਲ ਹਾਂਜੀ ਹਾਂਜੀ, ਇਹਨਾਂ ਨੇ ਕਿਉਂਕਿ ਇਸ ਪਾਸੇ ਇਹ ਪਾਰਟੀ ਸੀਗੇ ਹਾਂਜੀ, ਇਹਨਾਂ ਨੇ ਉਹਨਾਂ ਨੂੰ ਸਟੇ ਲੈ ਦਿੱਤਾ ਜੀ। ਔਰ ਇਸੇ ਤਰੀਕੇ ਹੀ ਜਿਹੜੇ ਸਾਡੇ ਸਕੂਲਸ ਨੇ ਹਾਂਜੀ, ਜਿਹੜੇ ਸਾਡੇ ਸਕੂਲ ਨੇ ਜੀ, ਜਲਦੀ ਆ ਜਾਣਾ ਮੈਂ ਹਾਂਜੀ ਹਾਂਜੀ, ਜਿਹੜੇ ਉਹਨਾਂ ਦੀ 13 ਸਕੂਲਾਂ ਦੀ ਇੱਕ ਇਹਨਾਂ ਨੇ ਜਿਹੜੀ ਉਹ ਹੁੰਦੀ ਹੈ ਐਜੂਕੇਸ਼ਨ ਸੁਸਾਇਟੀ ਬਣਾ ਕੇ ਜੀ ਜੀ ਕੋਰਟ ਦੇ ਵਿੱਚ ਮੂਵ ਕੀਤਾ ਕਿ ਨਵੀਂ ਜਿਹੜੀ ਚੁਣੀ ਹੋਈ ਕਮੇਟੀ ਆਈ ਹੈ ਹਾਂਜੀ, ਨਵੀਂ ਜਿਹੜੀ ਮੈਂਡੇਟ ਲੈ ਕੇ ਐਡੀ ਜਿੱਤ ਲੈ ਕੇ ਕਮੇਟੀ ਆਈ ਹੈ ਹਾਂਜੀ, ਉਹਨਾਂ ਦਾ ਇਹ ਸਕੂਲਾਂ ਨਾਲ ਕੋਈ ਮਤਲਬ ਨਹੀਂ ਹੈ। ਅਸੀਂ ਇਹਦੇ ਤੇ ਕੱਲ ਬਹੁਤ ਵਿਸਥਾਰ ਸਹਿਤ ਗੱਲ ਕੀਤੀ ਸੀ। ਇੱਕ ਬਹੁਤ ਹੀ ਅਫਸੋਸਨਾਕ ਗੱਲ ਹੈ ਇਹ ਜਿਹੜੀ ਕਾਰਵਾਈ ਹੈ, ਪਰ ਮਨਜੀਤ ਸਿੰਘ ਜੀ ਦੇ ਸਾਨੂੰ ਜਿਹੜਾ ਲੱਗ ਰਿਹਾ ਹੈ ਕਿ ਹੁਣ ਇਸ ਕੇਸ ਦੇ ਵਿੱਚ ਇੱਕ ਪਾਸੇ ਤਾਂ ਮੁਕੱਦਮੇ ਤੇ ਜਿਹੜਾ ਖਰਚਾ ਕਰੋੜਾਂ ਰੁਪਏ ਵੀ ਹੋ ਸਕਦਾ ਹੈ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਕ ਦਾ ਲੱਗੇਗਾ, ਦੂਜੇ ਪਾਸੇ ਉਹਨਾਂ ਦੇ ਕੋਲ ਅਗਰ ਸਕੂਲਾਂ ਦਾ ਕਬਜ਼ਾ ਹੈ ਸਕੂਲਾਂ ਦਾ ਲੱਗੇਗਾ ਤੇ ਪੂਰੇ ਤੌਰ ਤੇ ਨੁਕਸਾਨ ਤਾਂ ਕੌਮੀ ਹੋਏਗਾ, ਪੂਰੀ ਕੌਮ ਦਾ ਹੋਏਗਾ। ਇਹਨੂੰ ਕਿੱਦਾਂ ਰੋਕਿਆ ਜਾ ਸਕਦਾ? ਇਸ ਤਰ੍ਹਾਂ ਜੀ ਕਿ ਜਿਹੜੀ ਕਾਨੂੰਨੀ ਲੜਾਈ ਹੈ ਜੀ, ਅਸੀਂ ਤਾਂ ਨਾ ਕੋਈ ਮੁਕੱਦਮਾ ਪਾਇਆ ਨਾ ਕੋਈ ਕੇਸ ਪਾਇਆ। ਗੱਲ ਇਹ ਹੈ ਕਿ ਮੈਨੂੰ ਇਹ ਦੱਸਿਆ ਜਾਵੇ ਕਿ ਅੱਜ ਉੱਥੇ ਓਬਾਮਾ ਸਾਹਿਬ ਨੇ ਰਾਸ਼ਟਰਪਤੀ, ਕੱਲ ਨੂੰ ਓਬਾਮਾ ਜੀ ਅਗਰ ਰਾਸ਼ਟਰਪਤੀ ਨਹੀਂ ਰਹਿੰਦੇ ਦੂਜੀ ਗਵਰਨਮੈਂਟ ਆ ਜਾਂਦੀ ਹੈ ਹਾਂਜੀ, ਤੇ ਓਬਾਮਾ ਜੀ ਜਿੰਨੇ ਸਕੂਲ ਕਾਲਜਿਸ ਨੇ ਹਾਂਜੀ ਇਹ ਮੈਂ
ਇਹ ਟਰਸਟ ਵਿੱਚ ਟ੍ਰਾਂਸਫਰ ਕਰਕੇ ਲੈ ਗਿਆ। ਕੀ ਜਿਹੜੀ ਆਏਗੀ ਗਵਰਨਮੈਂਟ, ਮੈਨੂੰ ਇਹ ਦੱਸੋ ਕਿ ਦਿੱਲੀ ਦੀ ਸੰਗਤ ਦੀ ਜਿਹੜੀ ਪ੍ਰਾਪਰਟੀ ਹੈ ਜੀ ਜੀ ਉਹ ਜਿਹੜਾ ਪ੍ਰਧਾਨ ਉਹ ਲੈ ਜਾਏਗਾ। ਹਾਂਜੀ ਮੈਨੂੰ ਇਹ ਦੱਸਿਆ ਜਾਵੇ 1965 ਵਿੱਚ ਪਹਿਲਾ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮੇਰੇ ਫਾਦਰ ਜਥੇਦਾਰ ਸੰਤੋਖ ਸਿੰਘ ਨੇ ਸ਼ੁਰੂ ਕੀਤੀ। ਜੀ 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 ਮੈਂ ਉਹਦਾ ਸਟੂਡੈਂਟ ਸੀ। ਹਾਂਜੀ ਤੇ ਜਿੰਨੇ ਕਾਲਜਸ ਨੇ, ਮਾਤਾ ਸੁੰਦਰੀ ਕਾਲਜ, GHPS, ਜਿੰਨੇ ਨੇ ਗੁਰੂ ਹਰਕ੍ਰਿਸ਼ਨ, ਇਹ ਸਾਰੇ ਜਥੇਦਾਰ ਸੰਤੋਖ ਸਿੰਘ ਹੁਣਾਂ ਨੇ ਅਕਾਲੀ ਦਲ ਦੀ ਲੀਡਰਸ਼ਿਪ ਉਦੋਂ ਦਿੱਲੀ 'ਚ ਹੁੰਦੀ ਸੀ, ਉਹਨਾਂ ਨੇ ਸ਼ੁਰੂ ਕੀਤੇ ਸੀ। ਨਹੀਂ ਬਿਲਕੁਲ ਤੁਸੀਂ ਹਾਂਜੀ ਤੁਸੀਂ ਇਹ ਕਹਿ ਰਹੇ ਹੋ ਬਿਲਕੁਲ ਸਿਧਾਂਤਕ ਤੌਰ ਤੇ ਸਹੀ ਹੈ, ਪੰਥਕ ਹਿੱਤ ਵਿੱਚ ਵੀ ਹੈ, ਪਰ ਇਹ ਜਿਹੜਾ ਕੰਮ ਹੈ ਇਸ ਨੂੰ ਰੋਕਿਆ ਕਿੱਦਾਂ ਜਾ ਸਕਦਾ? ਇੱਕ ਮਿੰਟ ਮੇਰੀ ਗੱਲ ਸੁਣੋ ਕਿ ਫੇਰ ਤਾਂ ਇੰਡੀਆ ਗੇਟ ਸਕੂਲ ਤਾਂ ਮਨਜੀਤ ਸਿੰਘ ਦੇ ਨਾਂ ਹੋਣਾ ਚਾਹੀਦਾ ਸੀ। ਉਹਨਾਂ ਨੂੰ ਚਾਹੀਦਾ ਸੀ ਕੋਈ ਨਾ ਕੋਈ ਕਾਗਜ਼ ਪੱਤਰ ਕਰਕੇ ਜਿਹੜਾ ਬਸੰਤ ਵਿਹਾਰ ਦਾ ਵੱਡਾ ਸਕੂਲ ਉਹ ਮੇਰੇ ਭਾਈ ਸਾਹਿਬ ਤੇਜਿੰਦਰ ਸਿੰਘ ਦੇ ਨਾਂ ਹੋਣਾ ਚਾਹੀਦਾ ਸੀ। ਹਾਊ ਕੈਨ ਦਿਸ ਬੀ ਅਲਾਉਡ ਕਿ ਕੌਮ ਦਾ ਸਰਮਾਇਆ, ਕੌਮ ਦੀਆਂ ਜ਼ਮੀਨਾਂ ਅਰਬਾਂ ਰੁਪਇਆਂ ਦੀਆਂ ਜਿਹੜੀਆਂ ਸ਼ਹਾਦਤ ਕਰਕੇ ਮੋਰਚੇ ਲਾ ਕੇ ਅਸੀਂ ਜਗ੍ਹਾ ਜ਼ਮੀਨਾਂ ਲਈਆਂ ਨੇ, ਅਸੀਂ ਕਿਸੇ ਨੂੰ ਆਪਣੇ ਨਾਂ ਤੇ ਲਿਜਾਣ ਦੇਾਂਗੇ? ਇਹ ਕਿੰਨਾ ਪੋਸੀਬਲ ਹੋ ਸਕਦਾ? ਬਿਲਕੁਲ ਬਿਲਕੁਲ ਇਸ ਹਿਸਾਬ ਨਾਲ ਤਾਂ ਕੋਤਵਾਲੀ ਵੀ ਸ਼ਾਇਦ ਤੁਹਾਡੇ ਨਾਂ ਤੇ ਹੀ ਰਜਿਸਟਰਡ ਹੋ ਜਾਣੀ ਚਾਹੀਦੀ ਸੀ, ਜਿਸ ਤਰੀਕੇ ਨਾਲ ਗੱਲ ਕੀਤੀ ਜਾ ਰਹੀ ਹੈ। ਤੇ ਜੀ ਨਾ ਹੋਣੀ ਚਾਹੀਦੀ ਸੀ। ਮੈਂ ਉਹੀ ਕਹਿ ਅੱਛਾ ਸਮਨਜੀਤ ਸਿੰਘ ਜੀ, ਇੱਕ ਦੱਸੋ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਮੰਦਰ ਸਾਹਿਬ ਦੇ ਵਿੱਚ 1984 ਦੇ ਸਾਕਾ ਨੀਲਾ ਤਾਰਾ ਦੀ ਯਾਦਗਾਰ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਬਣਾਈ, ਜਿਹੜਾ ਇੱਥੇ ਵੀ ਅਮਰੀਕਾ ਵਿੱਚ ਵੀ ਸਾਰੀ ਜਗ੍ਹਾ ਮਿਊਜ਼ੀਅਮ ਆਫ ਹੋਲੋਕਾਸਟ, ਜਿਹੜਾ ਵੀ ਜ਼ੁਲਮ ਹੋਏ ਜੋ ਵੀ ਉਸ ਵੇਲੇ ਕੀਤੇ ਗਏ ਉਹ ਯਹੂਦੀਆਂ ਦੇ ਉੱਤੇ ਉਹਨਾਂ ਨੇ ਉਹਨਾਂ ਦੀਆਂ ਯਾਦਗਾਰਾਂ ਬਣਾਈਆਂ। ਦਿੱਲੀ ਦਾ ਜੋ ਕਤਲੇਆਮ ਹੈ ਸਿੱਖਾਂ ਦਾ, ਜੋ 1984 ਚ ਜਿਤਨਾ ਬੇਸ਼ਰਮੀ ਭਰਿਆ ਔਰ ਉਹਨਾਂ ਦੇ ਵਿੱਚ ਕੋਈ ਪੈਰਵਾਈ ਨਾ ਹੋਣਾ, ਕਾਰਵਾਈ ਨਾ ਹੋਣਾ, ਇੱਕ ਬਹੁਤ ਵੱਡਾ ਕਲੰਕ ਹੈ। ਹੁਣ ਕੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਂਦਰ ਸਰਕਾਰ ਦੇ ਹੁੰਦਿਆਂ ਇਸ ਲਈ ਕੋਈ ਠੋਸ ਕਦਮ ਚੁੱਕੇਗੀ ਔਰ ਉਹਦੇ ਲਈ ਕੋਈ ਕਾਰਵਾਈ ਕਰੇਗੀ? ਮੈਂ ਠੋਸ ਕਦਮ ਤਾਂ ਇੱਕ ਪਾਸੇ ਰੱਖ ਦਿਓ ਜੀ, ਮੈਂ ਆਪਣੇ ਟੈਨਿਓਰ ਦੇ ਵਿੱਚ ਇਹ ਯਾਦਗਾਰ ਦਿੱਲੀ 'ਚ ਜ਼ਰੂਰ ਬਣਾਵਾਂਗਾ। ਠੀਕ ਹੈ। ਮੈਂ ਇਹ ਯਾਦਗਾਰ, ਅਸੀਂ ਜਦੋਂ ਤੁਹਾਨੂੰ ਯਾਦ ਹੋਵੇ ਕਿ ਹੁਣੇ ਅੱਜ ਤੋਂ 4 ਮਹੀਨੇ ਪਹਿਲੇ ਅਸੀਂ ਪੰਜਾਬੀ ਬਾਗ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਜੀ ਹਾਂ ਜੀ। ਉਦੋਂ ਵੀ ਸਰਨਾ ਐਂਡ ਕੰਪਨੀ ਸ਼ੀਲਾ ਦੀਕਸ਼ਿਤ ਨੇ ਮਿਲ ਕੇ ਸਾਨੂੰ ਉੱਥੇ ਨਹੀਂ ਬਣਾਉਣ ਦਿੱਤੀ। ਹਾਂਜੀ। ਲੇਕਿਨ ਅੱਜ ਮੈਂ ਤੁਹਾਡੇ ਥਰੂ ਇਹ ਦਰਸ਼ਕਾਂ ਅੱਗੇ ਗੱਲ ਕਰ ਰਿਹਾ, ਦਿੱਲੀ ਦੇ ਵਿੱਚ 1984 ਦੀ ਮੈਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ ਕਿ ਜੇ ਬੀਬੀ ਇੰਦਰਾ ਗਾਂਧੀ ਦੀ ਤੁਸੀਂ ਏਡੀ ਵੱਡੀ ਯਾਦਗਾਰ ਬਣਾਈ ਹੈ ਤੇ 4000 ਸਿੱਖ ਦਿੱਲੀ 'ਚ ਮਾਰਿਆ, ਤੁਹਾਨੂੰ ਇੱਕ ਟੋਟਾ ਜ਼ਮੀਨ ਦਾ ਦੇ ਦਿਓ। ਤਾਂ ਉਹਨਾਂ ਦਾ ਜਵਾਬ ਆਇਆ ਸਾਡੇ ਕੋਲ ਕੋਈ ਜ਼ਮੀਨ ਨਹੀਂ ਹੈ। ਲੇਕਿਨ ਅਸੀਂ ਅੱਜ ਦਵਾਨੇ ਆ ਕਿ ਅਸੀਂ ਇਹ ਯਾਦਗਾਰ ਬਣਾਣੀ ਹੈ, ਬਣਾਵਾਂਗੇ ਭਾਵੇਂ ਦੀ ਕੋਈ ਕਾਸਟ ਸਾਨੂੰ ਦੇਣੀ ਪਵੇ। ਬਹੁਤ ਮੁਬਾਰਕ। ਇੱਕ ਗੱਲ ਹੋਰ ਸਮਨਜੀਤ ਸਿੰਘ ਜੀ ਤੁਹਾਨੂੰ ਯਾਦ ਕਰਾਉਣਾ ਚਾਹੁੰਦੇ ਆ ਕਿ ਜੂਨ 1984 ਜਿਹੜਾ ਸੀ ਉਹ ਇੰਤਕਾਮ ਸੀ, ਇੱਕ ਫਾਈਨਲ ਸੀ, ਪਰ ਉਸ ਤੋਂ ਪਹਿਲੇ ਅਗਰ ਦੇਖਿਆ ਜਾਏ ਉਹਦੀ ਰਿਹਰਸਲ 12 ਜੂਨ 1960 ਨੂੰ ਦਿੱਲੀ ਦੇ ਸਿੱਖਾਂ ਦੇ ਉੱਤੇ ਹੋਈ ਸੀ। ਲਾਲ ਕਿਲੇ ਤੋਂ ਲੈ ਕੇ ਫਤਿਹਪੁਰੀ ਦੀ ਮਸਜਿਦ ਤੱਕ ਪੂਰੇ ਦਿੱਲੀ ਦੇ ਸਟੇਸ਼ਨ ਤੋਂ ਗੱਡੀਆਂ ਚੋਂ ਲਾ ਕੇ ਰੋਟੀ ਖਾਂਦੇ, ਹੋਟਲਾਂ ਚੋਂ ਕੱਢ ਕੇ, ਬੱਸਾਂ ਚੋਂ ਕੱਢ ਕੇ ਜਿੱਥੇ ਵੀ ਕੋਈ ਸਿੱਖ ਨਜ਼ਰ ਆ ਗਿਆ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ 12 ਜੂਨ 1960 ਨੂੰ, ਔਰ ਉਸ ਦਾ ਕੋਈ ਕਿਸੇ ਨੇ ਕੋਈ ਵਾਲੀ ਵਾਰਸ ਨਹੀਂ। ਮੈਨੂੰ ਬਹੁਤ ਅਫਸੋਸ ਹੋਇਆ, ਦਿੱਲੀ ਦੇ ਇੱਕ ਸਿੱਖ ਆਗੂ ਨੂੰ ਮੈਂ ਪੁੱਛਿਆ ਸੀ ਕਿ 12 ਜੂਨ 1960 ਦਾ 12 ਜੂਨ ਆ ਰਿਹਾ, ਕੀ ਕਰ ਰਹੇ ਹੋ? ਕਹਿੰਦੇ ਉਸ ਦਿਨ ਕੀ ਹੋਇਆ ਸੀ। ਸੋ ਉਹ ਇੱਕ ਜਿਹੜੀ ਆਰੰਭਤਾ ਸੀ ਇਸ ਦੀ 1984 ਦੇ ਨਾਲ ਮੇਰਾ ਖਿਆਲ ਹੈ ਉਹਦੀ ਆਰੰਭਤਾ, ਉਹਦੀ ਸ਼ੁਰੂਆਤ, ਇਹ ਸਫ਼ਰ 12 ਜੂਨ 1960 ਤੋਂ ਸ਼ੁਰੂ ਹੋ ਕੇ ਨਵੰਬਰ 1984 ਤੱਕ ਪਹੁੰਚਦਾ ਹੈ। ਇੱਕ ਛੋਟਾ ਜਿਹਾ, ਬਹੁਤ ਛੋਟਾ ਜਿਹਾ ਵਕਫਾ ਲੈ ਕੇ ਇਹਦੇ ਬਾਰੇ ਤੁਹਾਡੇ ਵਿਚਾਰ ਜਾਣ ਕੇ ਉਹਦੇ ਬਾਅਦ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਲਵਾਂਗੇ। ਸਾਡੇ ਨਾਲ ਲਾਈਨ ਤੇ ਬਣੇ ਰਹਿਣਾ। ਇੱਕ ਵਕਫਾ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅਸੀਂ 2-4 ਮਿੰਟ ਹੋਰ ਸਾਹਿਬ ਮਨਜੀਤ ਸਿੰਘ ਜੀ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਨੂੰ ਤਕਲੀਫ ਦੇਵਾਂਗੇ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 718 805 0320 ਦੇ ਉੱਤੇ। ਸਾਹਿਬ ਮਨਜੀਤ ਸਿੰਘ ਜੀ, ਤੁਸੀਂ ਦੱਸ ਰਹੇ ਸੀਗੇ
ਇਹ 12 ਜੂਨ 1960 ਤੋਂ ਨਵੰਬਰ 1984 ਦੇ ਸਫ਼ਰ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਸ ਤਰ੍ਹਾਂ ਜੀ ਕਿ 12 ਜੂਨ ਨੂੰ ਇੱਕ ਬਹੁਤ ਵੱਡਾ ਘੱਲੂਘਾਰਾ ਹੋਇਆ ਸੀਗਾ ਜੀ ਜਦ ਕਿ 1960 ਚ ਮੇਰੀ ਉਮਰ ਉਦੋਂ 2 ਸਾਲ ਦੀ ਸੀ ਜੀ ਜੀ ਇਹੀ ਚੀਜ਼ 1966 ਦੇ ਵਿੱਚ ਰਿਪੀਟ ਕੀਤੀ ਗਈ ਸੀ ਕਿ ਇੱਕ ਬੜਾ ਵੱਡਾ ਜਲੂਸ ਨਿਕਲ ਰਿਹਾ ਸੀ ਸੀਸਗੰਜ ਸਾਹਿਬ ਤੋਂ ਅੱਗੇ। ਉਸ ਜਲੂਸ ਨੇ ਸੀਸਗੰਜ ਸਾਹਿਬ ਤੇ ਹਮਲਾ ਕੀਤਾ ਔਰ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਬਾਹਰ ਗੁਰਦੁਆਰਾ ਕਮੇਟੀ ਦੀ ਚੀਫ ਖੜੀ ਸੀ, ਉਹ ਸਾੜੀ ਗਈ। ਕੁਦਰਤੀ ਮੇਰੇ ਪਿਤਾ ਉਸ ਵੇਲੇ ਜਨਰਲ ਸੈਕਟਰੀ ਸੀਗੇ, ਉਹ ਨੇੜੇ ਸੀ, ਉਹ ਉੱਥੇ ਪਹੁੰਚ ਗਏ ਸੀ ਔਰ 3 ਦਿਨ ਕਰਫਿਊ ਲੱਗਿਆ ਰਿਹਾ। ਇਹ ਅੰਦਰ ਸਿਰਫ ਇਹਨਾਂ ਕੋਲ 80 ਸੇਵਾਦਾਰ ਸੀਗੇ। ਉਹਨਾਂ ਦੇ ਨਾਲ ਮਿਲ ਕੇ ਇਹਨਾਂ ਨੇ ਜਿਹੜਾ ਹਮਲਾ ਸੀ ਉਹ ਜਿੱਦਾਂ ਤੁਸੀਂ ਕਿਹਾ ਇੱਕ ਪਾਸੇ ਲਾਲ ਕਿਲ੍ਹੇ ਵੱਲ ਨੂੰ ਭਜਾ ਦਿੱਤੇ ਬੰਦੇ, ਦੂਜੇ ਪਾਸੇ ਫਤਿਹਪੁਰੀ ਮਸਜਿਦ ਵੱਲ ਨੂੰ ਔਰ ਤੀਜੇ ਪਾਸੇ ਸਟੇਸ਼ਨ ਵੱਲ ਨੂੰ ਜਿਹੜਾ ਪੁਰਾਣੀ ਦਿੱਲੀ ਸਟੇਸ਼ਨ ਹੈ। ਮਸਾਂ ਉਸ ਵੇਲੇ ਗੁਰਦੁਆਰਾ ਸਾਹਿਬ ਬਚਾਇਆ ਗਿਆ ਸੀਗਾ ਸੀਸਗੰਜ ਸਾਹਿਬ ਜਿੱਥੇ 9ਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ। ਮਗਰੋਂ ਉਹਦੇ ਨਾਲ ਲੱਗਦੀ ਕਵਾਲੀ ਵੀ ਸੰਗਤਾਂ ਦੇ ਝੋਲੀ 'ਚ ਪਈ ਸੀਗੀ ਔਰ ਇਹੀ ਚੀਜ਼ ਇਹ 1984 ਦੇ ਵਿੱਚ ਤਾਂ ਉਹਨਾਂ ਨੇ ਹੱਦ ਹੀ ਕਰ ਦਿੱਤੀ ਨਾ। ਇੱਕ ਸੋਚੀ ਸਮਝੀ ਸਾਜ਼ਿਸ਼, ਲਿਸਟਾਂ ਬੜੀਆਂ ਪਈਆਂ ਸੀਗੀਆਂ। ਗਵਰਨਮੈਂਟ ਨੂੰ ਆਰਡਰ ਸੀਗੇ ਕਿ ਕੋਈ ਪੁਲਿਸ ਵਾਲਾ ਬਿਲਕੁਲ ਨਾ ਜਾਵੇ। ਮੈਂ ਤੁਹਾਨੂੰ ਦੱਸਦਾ ਕਨੌਟ ਪਲੇਸ ਦੇ ਵਿੱਚ ਰੀਗਲ ਸਿਨੇਮਾ ਬੜੀ ਮਸ਼ਹੂਰ ਜਗ੍ਹਾ ਹੈ ਔਰ ਖਾਦੀ ਗ੍ਰਾਮ ਉਦਯੋਗ ਸਰਕਾਰੀ, ਉਹਦੇ ਨਾਲ ਮੇਰੇ ਦੋਸਤ ਦਾ ਕੱਪੜੇ ਦਾ ਬਹੁਤ ਵੱਡਾ ਸ਼ੋਰੂਮ ਹੈ ਐਸਐਮਐਨ ਸੰਘ। ਉਹ ਸੜਦਾ ਪਿਆ ਸੀ ਤੇ ਨਾਲ ਗੇਲੌਡ ਰੈਸਟੋਰੈਂਟ ਬੜਾ ਮਸ਼ਹੂਰ ਹੈ ਦਿੱਲੀ ਦਾ, ਉਹਦਾ ਮੈਨੇਜਰ ਚੱਡਾ ਹਿੰਦੂ ਜੈਂਟਲਮੈਨ, ਉਸਨੇ ਉਸਦਾ ਦੋਸਤ ਸੀ ਉਹ ਕੱਪੜੇ ਵਾਲੀ ਦੁਕਾਨ ਵਾਲਾ, ਉਸਨੇ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਰੋਕਿਆ ਕਿ ਕਿਰਪਾ ਕਰਕੇ ਇਸ ਤੇ ਪਾਣੀ ਪਾ ਦਿਓ। ਉਹਦਾ ਪਹਿਲਾ ਸਵਾਲ ਸੀ ਇਹ ਸਿੱਖ ਦੀ ਦੁਕਾਨ ਹੈ ਕਿ ਹਿੰਦੂ ਦੀ? ਉਹਨੇ ਕਿਹਾ ਸਿੱਖ ਦੀ। ਕਹਿੰਦਾ ਸਾਡੇ ਕੋਲ ਆਰਡਰ ਨਹੀਂ ਹੈ। ਉਸਨੇ 5000 ਜੇਬ ਚੋਂ ਦਿੱਤਾ ਕਿ ਇਹ ਲਓ 5000 ਰੁਪਇਆ, ਤੁਸੀਂ ਮਿਹਰਬਾਨੀ ਕਰਕੇ ਇਸ ਤੇ ਪਾਣੀ ਪਾਓ। ਉਹ ਪਾਣੀ ਪਾਏ ਬਗੈਰ ਅੱਗੇ ਨਿਕਲ ਗਿਆ। ਕਹਿੰਦਾ ਮੈਂ ਨੌਕਰੀ ਨਹੀਂ ਗਵਾਉਣੀ। ਇੱਕ ਗੱਲ ਸਮਝ ਲਓ ਕਿ ਆਪਾਂ ਜਿਹੜਾ ਇਸ ਗੱਲ ਤੋਂ ਬੜੀ ਅੱਗੇ ਆ ਚੁੱਕਿਆ। ਕੋਈ ਹਿੰਦੂ ਸਿੱਖ ਵਾਲੀ ਗੱਲ ਅੱਜ ਦਿੱਲੀ ਦੇ ਵਿੱਚ ਨਹੀਂ ਹੈ, ਕਿਸੇ ਜਗ੍ਹਾ ਤੇ ਹੈ। ਲੇਕਿਨ ਸਰਕਾਰੀ ਪੱਧਰ ਤੇ ਸਾਨੂੰ ਬਲੈਕ ਸ਼ੀਪ ਡਿਕਲੇਅਰ ਕਰਕੇ ਸਾਨੂੰ ਮਾਰਿਆ ਗਿਆ, ਸਾੜਿਆ ਗਿਆ, ਰੇਪ ਕੀਤਾ ਗਿਆ। ਅੱਜ ਸੁਪਰੀਮ ਕੋਰਟ ਤੇ ਵੀ ਮੈਨੂੰ ਅਫਸੋਸ ਹੈ ਕਿ ਤੁਸੀਂ ਗੁਜਰਾਤ ਦਾ ਮੈਟਰ ਤੇ ਟੇਕਅਪ ਕਰ ਲਿਆ ਜਿੱਥੇ 800 ਰਿਹਾ ਸੀਗਾ ਜਿਹੜਾ ਹਲੇ 8 ਸਾਲ ਪੁਰਾਣਾ ਹੈ ਕਿ 10 ਸਾਲ ਪੁਰਾਣਾ ਹੈ ਤੇ ਇਸ ਨੂੰ ਏਡੇ ਸਾਲ ਹੋ ਗਏ ਨੇ 84 ਨੂੰ ਜਿੱਥੇ 4000 ਬੰਦਾ ਤੇ ਰਾਜਧਾਨੀ 'ਚ ਮਰਿਆ ਹੋਵੇ ਤੇ ਸੁਪਰੀਮ ਕੋਰਟ ਸਾਡੇ ਵਾਸਤੇ SIT ਬਣਾਉਣ ਨੂੰ ਤਿਆਰ ਨਹੀਂ ਹੈ। ਤੇ ਮੈਂ ਸਮਝਦਾ ਬੜੀਆਂ ਇਸ਼ੂਜ਼ ਨੇ ਜਿਹਨੂੰ ਚੁੱਕਣ ਦੀ ਲੋੜ ਹੈ। ਔਰ ਸਭ ਤੋਂ ਵੱਡੀ ਗੱਲ ਹੈ ਜਦੋਂ ਇਹ ਜਿਹੜੇ 10-12 ਸਾਲ ਜਿਹੜੀ ਕਮੇਟੀ ਦੇ ਨਿਕਲੇ ਨੇ, ਇਸ ਕਮੇਟੀ ਨੇ ਸਿਰਫ 84 ਦੇ ਕਾਤਲਾਂ ਦਾ ਪੱਖ ਪੂਰਿਆ। ਜੇ ਇਹ ਧੜਮੇ ਨਾਲ ਜਾਂ ਇਹ ਕਿਤੇ ਆਪਣਾ ਸਟੈਂਡ ਲੈ ਲੈਂਦੇ ਤੇ ਸ਼ਾਇਦ ਗਵਰਨਮੈਂਟ ਜਿਹੜੀ ਹੈ ਏਡੀ ਢਿੱਲੀ ਢਾਲੀ ਅਪਰੋਚ 'ਚ ਨਹੀਂ ਹੋਣੀ ਸੀ। ਜੀ ਤੇ ਸਾਡਾ ਇੱਕ ਅਖੀਰਲਾ ਜਾਂ ਸੈਕੰਡ ਲਾਸਟ ਅਸੀਂ ਕਹਾਂਗੇ ਇੱਕ ਛੋਟਾ ਜਿਹਾ ਸਵਾਲ ਹੈ ਕਿ ਬਹੁਤ ਇਹ ਸਾਰੇ ਰਾਜਨੀਤਿਕ ਨਿੱਜੀ ਪਰਸਨਲ ਮੈਨੇਜਮੈਂਟ ਬੇਈਮਾਨੀਆਂ ਕਰਪਸ਼ਨ ਚਲਦੀਆਂ ਰਹਿੰਦੀਆਂ, ਇਹ ਬਰਦਾਸ਼ਤ ਹੋ ਜਾਂਦੀਆਂ, ਪਰ ਜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ ਤੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਬਾਰੇ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਿੱਤਰ ਦੇ ਉੱਤੇ ਅਗਰ ਉਹ ਗੁਰਪੁਰਬਾਂ ਦੀ ਸਟੇਜ ਤੇ ਉਹਨਾਂ ਦੇ ਖਿਲਾਫ ਅਗਰ ਗੁਰੂ ਨਿੰਦਾ ਕੀਤੀ ਜਾਏ ਤਾਂ ਇਹ ਜਿਹੜਾ ਕੁਝ ਕਾਂਡ ਹੋਇਆ, ਕੀ ਤੁਸੀਂ ਇਸ ਦਾ ਪਛਤਾਤਾਪ ਕਰੋਗੇ ਜਾਂ ਇਸ ਨੂੰ ਅੱਗੇ ਤੋਂ ਕਿਸ ਤਰ੍ਹਾਂ ਰੋਕੋਗੇ? ਮੈਂ ਇਸ ਤਰ੍ਹਾਂ ਹੈਗਾ ਜੀ ਕਿ ਇਹ ਜਿਹੜਾ ਹੈਗਾ ਆਪਣਾ ਤੁਸੀਂ ਗੱਲ ਕੀਤੀ ਹੈ, ਇੱਕ ਡੂੰਘੀ ਸਾਜ਼ਿਸ਼ ਹੈ। ਮੈਂ ਸਮਝਦਾ ਜਿਹੜੇ ਲੋਕੀ ਇਹ ਕਰ ਰਹੇ ਇਹ ਉਹਨਾਂ ਤੰਤਰਾਂ ਦੇ ਸ਼ਹਿ ਤੇ ਕਰਦੇ ਪਏ ਨੇ, ਸਿੱਖੀ ਨੂੰ ਢਾਹ ਲਾਣਾ ਚਾਹ ਰਹੇ ਨੇ। ਅਗਰ ਕਿਸੇ ਨੂੰ ਕੋਈ ਦਿੱਕਤ ਹੈ ਮੈਂ ਇਹ ਸਮਝਦਾ, ਮੈਂ ਤਾਂ ਹੈਰਾਨ ਹਾਂ ਕਿ ਗੁਰੂ ਗੋਬਿੰਦ ਸਿੰਘ ਹੁਣਾਂ ਦੇ ਕਈ ਸ਼ਬਦ ਜਿਹੜੇ ਅਸੀਂ ਬਚਪਨ ਤੋਂ ਪੜ੍ਹਦੇ ਆਏ ਹਾਂ ਦਿੱਲੀ ਦੀ ਸਟੇਜਾਂ ਤੇ ਬਾਜਾ ਪੈ ਗਈ ਦਾ ਕਿ ਵੀ ਇਹ ਸ਼ਬਦ ਨਹੀਂ ਪੜ੍ਹ ਸਕਦੇ। ਹੈਰਾਨਗੀ ਇਸ ਗੱਲ ਦੀ ਹੋ ਰਹੀ ਕਿਸੇ ਨੂੰ ਕੋਈ ਕਿੰਤੂ ਪਰੰਤੂ ਹੈ ਤਾਂ ਜਾਏ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬਾਨ ਨਾਲ ਗੱਲ ਕਰਨ, ਉੱਥੇ ਜਾ ਕੇ ਇਸ ਇਸ਼ੂ ਨੂੰ ਕਰਨ। ਇਕੱਲੀ ਗੁਰੂ ਗੋਬਿੰਦ ਸਿੰਘ ਹੁਣਾਂ ਦੇ ਉੱਤੇ ਕਿੰਤੂ ਪਰੰਤੂ ਕਰਨਾ, ਗੁਰੂਆਂ ਦੇ ਉੱਤੇ ਕਿੰਤੂ ਪਰੰਤੂ ਕਰਨਾ, ਮੈਂ ਸਮਝਦਾ ਮੈਂ ਇੱਕ ਸਾਜ਼ਿਸ਼ ਅਧੀਨ ਹੋ ਰਿਹਾ। ਔਰ ਹੁਣ ਤੁਸੀਂ ਨਿਸ਼ਚਿੰਤ ਹੋ ਜਾਓ, ਮੈਂ 12 ਤਰੀਕ ਨੂੰ ਦਿੱਲੀ ਕਮੇਟੀ ਵੱਲੋਂ ਇੱਕ ਅਸੀਂ ਸ਼ਾਮੀ ਕੀਰਤਨ ਦਰਬਾਰ ਰੱਖਿਆ 13 ਤਰੀਕ ਰਾਤੀ, ਕਿਉਂਕਿ 14 ਨੂੰ ਨਵਾਂ ਸਾਲ ਚੜ੍ਹਨਾ, ਨਵਾਂ ਨਾਨਕਸ਼ਾਹੀ ਕੈਲੰਡਰ ਆ ਰਿਹਾ। ਜਥੇਦਾਰ ਅਕਾਲ ਤਖਤ ਸਾਹਿਬ ਉਸ ਪ੍ਰੋਗਰਾਮ ਜਾ ਰਹੇ ਨੇ, ਲਾਈਵ ਟੈਲੀਕਾਸਟ ਹੋਏਗਾ ਕੀਰਤਨ ਦਰਬਾਰ। ਅਸੀਂ ਅੱਜ ਤੱਕ ਜਿਹੜੀ ਦੋ ਸੰਗਰਾਂਦਾਂ ਦੀ, ਦੋ ਗੁਰਪੁਰਬਾਂ ਦੀ ਉਹ ਦੂਰ ਕਰ ਰਹੇ ਹਾਂ। ਇੱਕ ਕੈਲੰਡਰ ਜੋ ਅਕਾਲ ਤਖਤ ਸਾਹਿਬ ਨੇ ਕਿਹਾ ਉਹ ਲਾਗੂ ਹੋਏਗਾ ਔਰ ਦਿੱਲੀ ਕਮੇਟੀ ਉਸ ਨੂੰ ਮੋਹਰ ਲਾ ਦੇਗੀ 13 ਤਰੀਕ ਰਾਤ ਨੂੰ, ਜਦੋਂ 14 ਨੂੰ ਨਵਾਂ ਸਾਲ ਚੜ੍ਹੇਗਾ, ਨਵਾਂ ਕੈਲੰਡਰ ਹੋਏਗਾ। ਇਹ ਜਿਹੜੇ ਲੋਕੀ
ਜਿਹੜੀ ਦੂਸ਼ਣਬਾਜ਼ੀ ਕਰ ਰਹੇ ਨੇ, ਮੈਂ ਸਮਝਦਾ ਸੰਗਤਾਂ ਨੇ ਇਹਨਾਂ ਨੂੰ ਸਬਕ ਦੇ ਦਿੱਤਾ। ਔਰ ਨਿਸ਼ਚਿੰਤ ਰਹੋ, ਦਿੱਲੀ ਦੀ ਸਟੇਜ, ਗੁਰਦੁਆਰਾ ਕਮੇਟੀ ਦੀ ਸਟੇਜ ਬਿਲਕੁਲ ਨਹੀਂ ਵਰਤਣ ਦਿੱਤੀ ਜਾਏਗੀ। ਠੀਕ। ਸਾਡਾ ਅਖੀਰਲਾ ਇੱਕ ਸਵਾਲ ਹੈ ਮਨਜੀਤ ਸਿੰਘ ਜੀ। ਇਬਨੇ ਇੰਸ਼ਾ ਇੱਕ ਬਹੁਤ ਤੰਜ਼ੀਆ ਰਾਈਟਰ ਸੀ। ਉਸਨੇ ਇੱਕ ਲਿਖਿਆ ਸੀ, ਕਹਿੰਦਾ ਪਾਕਿਸਤਾਨ ਬਣਨ ਤੋਂ ਪਹਿਲਾਂ ਅਸੀਂ ਦੁਆ ਕਰਦੇ ਸੀ, ਯਾ ਖੁਦਾ ਸਾਨੂੰ ਹਿੰਦੂ ਬਣੀਏ ਤੋਂ ਬਚਾ, ਇਹਨਾਂ ਕੋਲੋਂ ਸਾਡਾ ਛੁਟਕਾਰਾ ਕਰਾ। ਕਹਿੰਦਾ ਸਾਡੀ ਦੁਆ ਪੂਰੀ ਹੋਈ, ਅਲਹਮਦੁਲਿਲਾ। ਹੁਣ ਹਿੰਦੂ ਬਣੀਏ ਚਲੇ ਗਏ, ਹੁਣ ਸਾਨੂੰ ਨਹੀਂ ਲੁੱਟ ਸਕਦੇ, ਹੁਣ ਸਾਨੂੰ ਮੁਸਲਮਾਨ ਬਣੀਏ ਲੁੱਟਦੇ ਹੈ। ਤੋ ਉਹ ਜਿਹੜੀ ਸਟੇਜ ਕਾਂਗਰਸ ਦੇ ਲੀਡਰ ਵਰਤਦੇ ਸੀ, ਉਹਨਾਂ ਨੂੰ ਉੱਥੋਂ ਕਿਰਪਾਨਾਂ ਸਰੋਪਾ ਮਿਲਦੇ ਸੀ। ਐਸਾ ਤਾਂ ਨਹੀਂ ਹੈ ਕਿ ਗੁਰਪੁਰਬਾਂ ਦੇ ਉੱਤੇ ਕੀਰਤਨ ਨੂੰ ਛੱਡ ਕੇ ਹੁਣ ਕਿਧਰੇ ਬੀਜੇਪੀ ਜਾਂ ਹੋਰ ਪਾਰਟੀਆਂ ਦੇ ਲੀਡਰਾਂ ਨੂੰ ਸਰੋਪੇ ਤੇ ਉਹ ਆਇਆ ਕਰਨਗੇ? ਅਸੀਂ ਇੱਕ ਗੱਲ ਕੱਲ ਲਾਗੂ ਕਰ ਦਿੱਤੀ ਹੈ, ਜੋ ਇੰਸਟਰਕਸ਼ਨ ਸਰ ਪ੍ਰਕਾਸ਼ ਸਿੰਘ ਬਾਦਲ ਦੀਆਂ ਮੰਨੂ ਸੀ ਕਿ ਗੁਰਦੁਆਰਿਆਂ ਦੇ ਉੱਤੇ ਜੀ ਅਸੀਂ ਜਿਹੜੇ ਜਾਂਦੇ ਸੀ, ਸਾਰੇ ਦੋਵਾਂ ਪਾਸੇ ਬੋਰਡ, ਫਲੈਕਸਸ, ਪੋਸਟਰਸ ਭਰੇ ਹੁੰਦੇ ਸੀਗੇ। ਉਹ ਪੋਸਟਰਸ ਕਰ ਰਿਮੂਵ ਤੇ ਉੱਥੇ ਸਰਨਾ ਸਾਹਿਬ ਤੋਂ ਛੱਡੋ, ਮਨਜੀਤ ਸਿੰਘ ਦੀ ਫੋਟੋ ਵੀ ਨਹੀਂ ਲੱਗ ਸਕਦੀ ਬਾਹਰ, ਕੋਈ ਪੋਸਟਰ ਨਹੀਂ ਲੱਗੇਗਾ। ਸੈਕੰਡਲੀ ਸਟੇਜਾਂ ਦੇ ਉੱਤੋਂ ਕਿਸੇ ਕਿਸਮ ਦਾ ਪੋਲੀਟੀਕਲ ਪ੍ਰਚਾਰ ਨਹੀਂ ਹੋਏਗਾ, ਧਰਮ ਦੀ ਗੱਲ ਹੋਏਗੀ। ਜਦੋਂ ਮੈਂ ਪੋਲੀਟੀਕਲ ਕੋ ਗੱਲ ਕਰਨੀ ਹੋਏਗੀ, ਪੋਲੀਟੀਕਲ ਸਟੇਜ ਲਗਾਵਾਂਗਾ, ਉਹਦੇ 'ਚ ਗੁਰਦੁਆਰਾ ਕਮੇਟੀ ਦਾ ਕੋਈ ਲੈਣ ਦੇਣ। ਬਹੁਤ ਅੱਛਾ। ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਇੱਕ ਤਾਰਾ ਸਿੰਘ ਕਾਮਲ ਇਹ ਕਿਹਾ ਕਰਦਾ ਸੀ, ਉਹ ਗੱਲ ਹੁਣ ਨਹੀਂ ਨਜ਼ਰ ਆਏਗੀ ਜਿਹੜੀ ਉਸਨੇ ਕਹੀ ਸੀ, ਦੇ ਜਵਾਬ ਨਾ ਫਤਿਹ ਕਾ ਬੋਲੇ ਮੂੜ ਸਮਾਨ, ਕਹੇ ਨਾਥ ਸੋ ਜਾਣੀਏ ਸੋਜਨ ਹੈ ਪ੍ਰਧਾਨ। ਸੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਾਰੇ ਅਮਰੀਕਾ ਔਰ ਕੈਨੇਡਾ ਵਸਦੇ ਇੱਥੋਂ ਗੈਟ ਪੰਜਾਬੀ ਦੇ ਦਰਸ਼ਕਾਂ ਵੱਲੋਂ। ਔਰ ਅਖੀਰ ਦੇ ਵਿੱਚ ਤੁਸੀਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਤੇ ਜੀ ਆਇਆਂ ਨੂੰ। ਜੀ ਠੀਕ ਹੈ, ਠੀਕ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ। ਔਰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਔਰ ਜੋ ਗੱਲਾਂ ਕਹੀਆਂ ਨੇ ਇਹ ਤੁਹਾਡੇ ਸਰੋਤੇ ਯਾਦ ਰੱਖਣ ਕਿ ਇਸ ਤੇ ਅਸੀਂ ਪੂਰਾ ਉਤਰਾਂਗੇ, ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਔਰ ਸੰਗਤਾਂ ਦੇ ਆਸ਼ੀਰਵਾਦ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਦਰਸ਼ਕੋ, ਇਹ ਸਨ ਸਰਦਾਰ ਮਨਜੀਤ ਸਿੰਘ, ਜਥੇਦਾਰ ਮਨਜੀਤ ਸਿੰਘ, ਜਿਹੜੇ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ। ਉਹਨਾਂ ਨੇ ਤੁਹਾਡੇ ਨਾਲ ਵਾਅਦੇ ਕੀਤੇ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 718 805 0320 ਦੇ ਉੱਤੇ ਆਪਣੇ ਵਿਚਾਰ ਦੇ ਸਕਦੇ ਹੋ। ਉਹਨਾਂ ਨੇ ਜਿਹੜੀ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਔਰ ਕਾਫੀ ਅਹਿਮ ਵਾਅਦੇ ਵੀ ਕੀਤੇ ਹਨ ਕਿ ਦਿੱਲੀ ਦੀ ਗੁਰਦੁਆਰਾ ਕਮੇਟੀ ਦੀ ਸਟੇਜ ਉਹ ਨਹੀਂ ਵਰਤੀ ਜਾਏਗੀ ਰਾਜਨੀਤਿਕ ਕਾਰਨਾਂ ਲਈ। ਇੱਕ ਬਹੁਤ ਵੱਡੀ ਤਬਦੀਲੀ ਹੈ ਅਗਰ ਇਹ ਚੀਜ਼ ਲਾਗੂ ਹੋ ਸਕੇ। ਗੁਰੂ ਕਿਰਪਾ ਕਰੇ ਉਹਨਾਂ ਨੂੰ ਇਸ ਕੰਮ ਵਿੱਚ ਸਹਾਈ ਹੋਵੇ। ਦੂਸਰੀ ਵੱਡੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਕਿ ਉਹ ਕਰ ਰਹੇ ਹਨ ਕਿ 1984 ਦੀ ਯਾਦਗਾਰ ਉਹ ਜ਼ਰੂਰ ਬਣਾਉਣਗੇ। ਤੀਸਰਾ, ਜਿਹੜੇ ਗੁਰਦੁਆਰਾ ਬਾਲਾ ਸਾਹਿਬ ਦਾ ਜਿਹੜਾ ਉਹਦੇ 'ਚ ਹਸਪਤਾਲ ਦਾ ਸੀਗਾ, ਸਕੂਲਾਂ ਦਾ, ਉਹਦਾ ਮਿਆਰ ਔਰ ਉਹਦੇ ਬਾਰੇ ਉਹਦੇ ਸਿੱਖ ਹਿੱਤਾਂ ਦੀ ਰਾਖੀ ਕੀਤੀ ਜਾਏਗੀ। ਤੁਹਾਡੇ ਵਿਚਾਰ ਜ਼ਰੂਰ ਸਾਨੂੰ ਦਿਓ 718 805 0320 ਦੇ ਉੱਤੇ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਪਸੀਨ ਸਾਹਿਬ, ਜੀ ਆਇਆਂ ਨੂੰ। ਹਾਂਜੀ, ਹੁਕਮ ਕਰੋ। ਜੀ ਇਹ ਹੈ ਸਰਦਾਰ ਜਥੇਦਾਰ ਸੰਤੋਖ ਸਿੰਘ ਦੇ ਲੜਕੇ। ਹਾਂਜੀ ਹਾਂਜੀ ਹਾਂਜੀ। ਉਹ ਵੀ ਕਾਂਗਰਸ ਨਾਲ ਲੜਦੇ ਆਏ ਨਾ ਆਖਰੀ ਦਿਨ ਤੱਕ। ਜੀ ਜੀ, ਠੀਕ ਹੈ। ਔਰ ਇੰਦਰਾ ਨੂੰ ਕਹਿੰਦੇ ਹੁੰਦੇ ਸਨ, ਬੀਬੀ ਇੰਦਰਾ ਤੂੰ ਸਮਝ ਜਾ, ਇਹ ਸਿੱਖ ਦੇ ਨਾਲ ਤੇਰਾ ਪਾਲਾ ਪਿਆ, ਕਿਸੇ ਹੋਰ ਨਾਲ ਨਹੀਂ ਪਿਆ ਆ। ਇਹ ਉਹਨਾਂ ਦਾ ਲੜਕਾ, ਉਹਨਾਂ ਦੇ ਪੁਰਨੇ ਤੇ ਚੱਲ ਕੇ ਭਾਵੇਂ ਕਾਂਗਰਸ ਦਾ ਰਾਜ ਹੈ ਇਟਲੀ 'ਚ, ਔਰ ਉਸਦਾ ਬਿਲਕੁਲ ਮੁਖਾਲਫਤ ਕਰਕੇ ਔਰ ਬਿਲਕੁਲ ਸਹੀ ਸਿੱਖ ਪੁਰਨਿਆਂ ਤੇ ਚਲੇ ਕੇ ਧੁੰਦਹਾਣਗੇ। ਚਲੋ, ਤੁਹਾਡੀਆਂ ਸ਼ੁਭ ਇੱਛਾਵਾਂ ਇਹਨਾਂ ਦੇ ਨਾਲ ਹੈ। ਮੈਂ ਤੇ ਇਹਨਾਂ ਨੂੰ ਜਾਣਨਾ ਨਾ, ਇਹਨਾਂ ਫਾਦਰ ਨਾਲ ਵੀ ਸਾਡਾ ਪਿਆਰ ਮੁਹੱਬਤ ਸੀ। ਜੀ ਜੀ ਜੀ। ਮੈਨੂੰ ਦੱਸੀ ਇਹਨਾਂ ਦੇ ਫਾਦਰ ਜੈਸੇ ਪਹਿਲੀ ਵਾਰੀ ਇਲੈਕਸ਼ਨ ਲੜੇ ਸਨ ਜੀ, ਆਇਆ ਸੀ ਕੌਮੀ ਇਲੈਕਸ਼ਨ ਕਰਾਉਣ। ਹਾਂਜੀ ਹਾਂਜੀ। ਮੇਰੇ ਫਾਦਰ ਵੀ ਮੈਂਬਰ ਸਨ ਉਸ ਵਕਤ। ਅੱਛਾ। ਤੇ ਉਹ ਕਹਿਣ ਲੱਗਾ ਤੁਸੀਂ ਦੱਸੋ ਕਿ ਬੈਲਟ ਪੇਪਰ ਨਾਲ ਇਲੈਕਸ਼ਨ ਕਰਨੀ ਹੈ ਬਾਈ ਹੈਂਡ ਕਰਨੀ ਹੈ? ਤੇ ਮੇਰੇ ਫਾਦਰ ਖੜੇ ਹੋ ਗਏ ਕਹਿੰਦਾ ਤੁਸੀਂ ਸਾਡੇ ਕੋਲ ਇਲੈਕਸ਼ਨ ਤੁਸੀਂ ਕਰਾਉਣ ਆਇਓ ਕਿ ਸਾਡੇ ਕੋਲ ਪੁੱਛਣ ਆਇਓ? ਤੁਹਾਡਾ ਜੋ ਕਨਸਟੀਟਿਊਸ਼ਨ ਕਹਿੰਦਾ ਉਸ ਹਿਸਾਬ ਨਾਲ ਤੁਸੀਂ ਕਹੋ, ਕਰੋ ਜੋ ਹੋ ਸਕਦਾ। ਉਹਨਾਂ ਕਿਹਾ ਜੀ ਜਿਹੜੇ ਇਹਨਾਂ ਦੇ ਹੱਕ 'ਚ ਉਹ ਬੈਠੇ ਰਹਿਣ, ਬਾਕੀ ਖੜੇ ਹੋ ਜਾਣ। ਬਸ ਉੱਥੇ ਛੁੱਟੀ ਹੋ ਗਈ। ਬਸ ਠੀਕ ਹੈ, 1 ਮਿੰਟ 'ਚ ਜਥੇਦਾਰ ਸੰਤੋਖ ਸਿੰਘ ਜੀ ਮੈਂਬਰ ਪ੍ਰਧਾਨ ਬਣ ਗਏ। ਠੀਕ ਹੈ, ਬਹੁਤ ਬਹੁਤ ਧੰਨਵਾਦ ਪਸੀਨ ਸਾਹਿਬ ਤੁਹਾਡਾ, ਬੜੀ ਮਿਹਰਬਾਨੀ। ਖਾਲਸਾ ਫਤਿਹ। ਬਿਲਕੁਲ ਸਹੀ ਚੱਲਣਗੇ ਬਾਬੇ ਦੀ ਕਿਰਪਾ ਨਾਲ। ਠੀਕ। ਹੈਲੋ,
ਹੈਲੋ ਹੈਲੋ, ਹਾਂਜੀ, ਕੌਣ ਬੋਲ ਰਹੇ ਹੋ ਜੀ? ਸਤਿ ਸ਼੍ਰੀ ਅਕਾਲ ਜੀ, ਮੈਂ ਹਰਜਿੰਦਰ ਜੌਲੀ ਬੋਲ ਰਿਹਾ ਬ੍ਰੈਂਪਟਨ ਤੋਂ। ਜੀ ਜੌਲੀ ਸਾਹਿਬ, ਜੀ ਆਇਆਂ ਨੂੰ। ਹਾਂਜੀ, ਹੁਕਮ ਕਰੋ। ਹਾਂਜੀ, ਮੈਂ ਹੁਣੇ ਸੁਣਿਆ ਸੀਗਾ ਜੀ। ਇਹ ਜਦੋਂ ਦਿੱਲੀ ਦੀਆਂ ਇਲੈਕਸ਼ਨਾਂ ਹੋਈਆਂ ਜਿਹੜੀਆਂ, ਹਾਂਜੀ ਮੈਨੂੰ ਨਹੀਂ ਪਤਾ ਵੀ ਕਿਹੜਾ ਧੜਾ ਚੰਗਾ ਕਿਹੜਾ ਮਾੜਾ, ਕਿਉਂਕਿ ਅਸੀਂ ਇੱਥੇ ਬਾਹਰ ਬੈਠੇ ਆ, ਸਾਨੂੰ ਨਹੀਂ ਪਤਾ। ਜੀ। ਪਰ ਮੈਨੂੰ ਇੱਕ ਗੱਲ ਦੀ ਬੜੀ ਖੁਸ਼ੀ ਹੋਈ ਹੈ ਕਿ ਸਾਰਾ ਪ੍ਰਬੰਧ ਜਿਹੜਾ ਉਹ ਹੁਣ ਅਕਾਲ ਤਖਤ ਸਾਹਿਬ ਦੇ ਅਕੋਰਡਿੰਗਲੀ ਹੋਏਗਾ, ਇੱਕ ਹੋਏਗਾ। ਜਿਹੜਾ ਗੁਰਪੁਰਬ, ਇਹ ਤਾਂ ਸਾਡੇ ਬੱਚੇ ਮਜ਼ਾਕ ਕਰਦੇ ਸੀ ਵੀ ਇਹ ਗੁਰਪੁਰਬ 5 ਨੂੰ ਹੈ ਜਾਂ 18 ਨੂੰ ਹੈ ਜਾਂ ਸੰਗਰਾਂਦ ਇੱਕ ਦਿਨ ਹੈ ਜਾਂ ਦੂਜੇ ਦਿਨ ਹੈ, ਉਹ ਘੱਟੋ ਘੱਟ ਗੱਲਾਂ ਨਹੀਂ ਹੋਣਗੀਆਂ। ਮਤਲਬ ਜਿਹੜਾ ਧਾਰਮਿਕ ਪੱਖੋਂ ਇਹ ਬੜਾ ਅੱਛਾ ਹੋਇਆ ਹੈ ਕਿ ਸਾਰਾ ਪ੍ਰਬੰਧ ਜਿਹੜਾ ਉਹ ਅਕਾਲ ਤਖਤ ਸਾਹਿਬ ਦੇ ਅੰਦਰ ਆ ਗਿਆ। ਬਹੁਤ ਅੱਛਾ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਤੇ ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ। ਤੁਸੀਂ ਜ਼ਰੂਰ ਕਾਲ ਕਰੋ ਔਰ ਆਪਣੇ ਵਿਚਾਰ ਦਿਓ 718 805 0320 ਦੇ ਉੱਤੇ। ਇੱਕ ਛੋਟੇ ਜਿਹੇ ਵਕਫੇ ਦੇ ਬਾਅਦ ਮੁੜ ਹਾਜ਼ਰ ਹੁੰਨੇ ਆ। ਹੋਲਡ ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਹੈਲੋ, ਹਾਂਜੀ ਨੰਬਰ ਸਾਹਿਬ, ਮੈਂ ਗੁਰਚਰਨ ਸਿੰਘ ਬੈਂਸ ਬੋਲ ਰਿਹਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬੈਂਸ ਸਾਹਿਬ, ਕੀ ਹੁਕਮ ਹੈ? ਇਹ ਹਜ਼ੂਰ ਆਪ ਜੀ ਨੇ ਜੋ ਇਹ ਪ੍ਰੋਗਰਾਮ ਲਿਆਂਦਾ ਹੈ ਨਾ ਜੀ, ਇਟ ਇਜ਼ ਰੀਅਲੀ ਵਰਥ ਐਪਰੀਸ਼ੀਏਟਿੰਗ। ਇਹ ਜੋ ਆਪ ਜੀ ਨੇ ਅੱਜ ਇੱਕ ਸਮਝੋ ਕਿ ਦੁੱਖ ਦੀ ਨਬਜ਼ ਦੇ ਉੱਤੇ ਰਗ ਦੇ ਉੱਤੇ ਹੱਥ ਰੱਖ ਦਿੱਤੇ ਹੈ ਜੀ। ਇਹ ਮੁੱਦਾ ਲਿਆ ਕੇ ਆਪਣਾ ਜਿਹੜਾ ਆਪਣੇ ਮਨਜੀਤ ਸਿੰਘ ਜੀਕੇ ਦੇ ਨਾਲ ਆਪ ਜੀ ਨੇ ਗੱਲ ਕਰੀ ਨਾ ਜੀ। ਹਾਂਜੀ। ਇਹ ਤਾਂ ਉਦੋਂ ਛੋਟੇ ਬੱਚੇ ਹੁੰਦੇ ਸੀਗੇ। ਮੈਂ ਆਪ ਜੀ ਦੇ ਨਾਲ ਜਿਹੜੀ 12 ਜੂਨ 1960 ਦੀ ਗੱਲ ਹੈ ਨਾ ਜੀ, ਹਾਂਜੀ ਹਾਂਜੀ, ਉਸ ਦੇ ਬਾਰੇ ਦੇ ਚ ਆਪ ਜੀ ਦੇ ਨਾਲ, ਕਿਉਂਕਿ ਇਹ ਹੱਡ ਬੀਤੀ ਤੇ ਜੱਗ ਬੀਤੀ ਵਾਲੀ ਗੱਲ ਹੁੰਦੀ ਹੈ ਜੀ। ਉਹਦੇ ਵਿੱਚ ਜੀ ਦਾਸ ਵੀ ਉੱਥੇ ਉਸ ਜਲੂਸ ਦੇ ਵਿੱਚ ਸ਼ਾਮਲ ਸੀਗਾ। ਓਹੋ, ਹਾਂਜੀ। ਤੇ ਉਹ ਜ਼ੁਲਮ ਤਸ਼ੱਦਦ ਦੀ ਜਿਹੜੀ ਵਾਰਦਾਤ ਹੋਈ ਹੈ ਨਾ ਜੀ, ਉਹ ਸਾਰੀ ਆਪਣੇ ਸਰੀਰ ਤੇ ਵਾਪਰੀ ਹੈ। ਬਲਕਿ ਉੱਥੇ ਆਪਣੇ ਲਾਬੀ ਦੇ ਵਿੱਚ ਸੀਸਗੰਜ ਗੁਰਦੁਆਰੇ ਦੇ ਫੋਟੋ ਵੀ ਲੱਗੀ ਸੀ ਕਿ ਵੀ ਇਹ ਸ਼ਹੀਦ ਹੋ ਗਏ ਨੇ, 10 ਸਾਲ ਹੀ ਜਿੰਦਾ ਹੈ ਜੀ। ਅੱਛਾ ਅੱਛਾ ਅੱਛਾ, ਤੇ ਇਹ ਜੀ ਉਹ ਜਿਹੜੀ ਆਪ ਜੀ ਨਾਲ ਮੈਂ ਇਸੇ ਗੱਲ ਦੀ ਸਾਂਝ ਕਰਨੀ ਚਾਹੁੰਦਾ ਹਾਂ। ਇੱਕ ਦੋ ਗੱਲਾਂ ਨੇ ਜਿਹੜੀਆਂ ਕਿ ਬਹੁਤ ਜ਼ਰੂਰੀ ਨੇ ਸਮੇਂ ਦੀਆਂ ਜੀ। ਜੀ ਜੀ ਜੀ। ਉਸ ਦੇ ਵਿੱਚ ਦੇਖੋ ਜੀ, 19 ਸਾਲ ਦੀ ਉਮਰ ਦੇ ਵਿੱਚ ਸੀ ਮੈਂ ਦਿੱਲੀ ਯੂਨੀਵਰਸਿਟੀ ਤੋਂ ਆਨਰਸ ਗ੍ਰੈਜੂਏਟ ਹੈ ਸਕੂਲ ਆਫ ਇਕਨੋਮਿਕਸ ਤੋਂ। ਜੀ ਜੀ। ਉਦੋਂ ਸਾਨੂੰ ਇਸ ਗੱਲ ਦੇ ਬਾਰੇ ਚ ਸੋਝੀ ਵੀ ਨਹੀਂ ਹੁੰਦੀ ਸੀ ਕਿ ਵੀ ਕੋਈ ਪੰਜਾਬੀ ਸੂਬਾ ਕੀ ਚੀਜ਼ ਹੈ। ਪਰ ਇੱਕ ਜਜ਼ਬਾਤ ਸੀਗੇ ਜਦੋਂ ਜ਼ੁਲਮ ਤਸ਼ੱਦਦ ਹੋਇਆ ਘੰਟਾ ਘਰ ਤੋਂ ਜੀ। ਹਾਂਜੀ। ਜਿਹੜੇ ਸਾਡੇ 5 ਆਪਣੇ ਸਿੰਘ ਸਾਹਿਬਾਨ ਜਲੂਸ ਕੱਢ ਰਹੇ ਸੀਗੇ, ਜਦੋਂ ਉਹਨਾਂ ਦੇ ਉੱਤੇ ਤਸ਼ੱਦਦ ਹੋਈ, ਜਿਸ ਦੇ ਉੱਤੇ ਕਿਸੇ ਦਾ ਨਿਸ਼ਾਨ ਸਾਹਿਬ ਖੋਲਿਆ, ਕਿਸੇ ਦੇ ਤਲਵਾਰ ਮਾਰ ਦਿੱਤੀ, ਉਹ ਬਰਦਾਸ਼ਤ ਨਾ ਹੋਣ ਕਰਕੇ ਜਿਹੜੇ ਸੀਗੇ ਦੌੜਨ ਵਾਲੇ, ਉਹ ਤਾਂ ਪਿੱਛੇ 11ਵੀਂ ਵਿਦਿਆ ਆਪਣੇ ਗੁਰਦੁਆਰੇ ਲੁਕ ਗਏ ਸੀਗੇ। ਤੇ ਸਾਨੂੰ ਅੱਗੇ ਜਾਣਾ ਪਿਆ ਜੀ ਉੱਥੇ। ਤੇ ਰਾਹ ਦੇ ਵਿੱਚ ਬਹੁਤ ਕੁਛ ਜੀ, ਉੱਤੋਂ ਮਤਲਬ ਜ਼ਹਿਰੀਲੀ ਗੈਸ ਇਤਨੀ ਸੀ, you cannot even see nothing। ਜੀ 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 ਜੀ। ਇਸ ਦੇ ਵਿੱਚ ਮੈਂ ਆਪ ਜੀ ਨੂੰ ਇੱਕ ਬਹੁਤ ਹੀ ਨਾਜ਼ੁਕ ਜੀ ਗੱਲ ਦੱਸਣੀ ਚਾਹੁੰਦਾ ਹਾਂ ਕਿ ਇਨਸਾਨਾਂ ਦੀ ਤੇ ਜ਼ੁਲਮ ਤਸ਼ੱਦਦ ਇਨਸਾਨ ਨਹੀਂ ਕਰਦਾ, ਜ਼ਾਲਿਮ ਹਕੂਮਤਾਂ ਹੀ ਕਰਦੀਆਂ ਨੇ। ਜੀ ਜੀ। ਕਿਉਂਕਿ ਉੱਤੋਂ ਜਿਹੜੇ ਹਿੰਦੂ ਜੈਂਟਲਮੈਨ ਸੀਗੇ, ਉਹ ਆਪਣੇ ਜੀ ਜਿਹੜੇ ਸੀਗੇ ਤੌਲੀਏ ਭਿਓ ਕੇ ਸਾਡੇ ਥੱਲੇ ਸੁੱਟ ਰਹੇ ਸੀਗੇ, ਅਸੀਂ ਅੱਖਾਂ ਨੂੰ ਲਾ ਕੇ ਤਾਂ ਕਿ ਅੱਗੇ ਵੱਧ ਸਕੀਏ। ਤੇ ਆਖਿਰਕਾਰ ਜਦੋਂ ਉੱਥੇ ਘੰਟਾ ਘਰ ਦੇ ਕੋਲ ਮੈਂ ਪਹੁੰਚਿਆ ਜੀ, 3-4 ਚੌਧਰੀਆਂ ਨੇ ਮੇਰੇ ਹੱਥ ਫੜੇ ਹੋਏ ਸੀਗੇ ਤੇ ਮੋਢੇ ਦੇ ਉੱਤੇ ਬਹੁਤ ਸਾਰੀਆਂ ਮਤਲਬ ਸੋਟੀਆਂ ਮਾਰੀਆਂ, ਪਰ ਜਵੈ ਬਾਣ ਲੱਗ ਗਿਓ, ਤਵੈ ਰੋਸ ਜਾਗਿਓ। ਜੀਵਨ ਦੀ ਸੱਚਾਈ ਸਾਹਮਣੇ ਆ ਗਈ ਸੀ ਜੀ। ਜੀ 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 ਜੀ। ਤੇ ਉੱਥੇ ਆਪਣੇ ਇੰਸਪੈਕਟਰ ਕੇਵਲ ਇੱਕ ਸੀਗੇ, ਗੁਰਸਿੱਖ ਜਿਹੜੇ ਇੰਸਪੈਕਟਰ ਸੀ ਨਾ ਜੀ, ਸਿਰਫ ਇੱਕੋ ਰੱਖਦੇ ਸੀ, ਕਿਉਂਕਿ ਆਫੀਸਰ ਸਿੱਖ ਰੱਖਣਗੇ। ਕੁੱਟਣ ਕਟਾਉਣ ਨੂੰ ਸਾਰਾ ਰੋਹਤਕ ਦਾ ਜਿਹੜਾ ਅਮਲਾ ਫੈਲਾ ਸੀਗਾ। ਜੀ 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 ਜੀ। ਉਹਨਾਂ ਨੇ ਮੈਨੂੰ ਆ ਕੇ ਖਾਮੋਸ਼ੀ ਨਾਲ ਕਿਹਾ। ਸਿੰਘ ਸਾਹਿਬ ਜੀ, ਅਗਰ ਇਜਾਜ਼ਤ ਦਿਓ ਹੋਰ ਵੀ ਲੈ ਲਈਏ, ਕਾਲਸ ਬੜੀਆਂ ਜ਼ਰੂਰੀ। ਮੈਂ ਆਪ ਜੀ ਨੂੰ 2 ਸੈਕਿੰਡ ਚ ਖਤਮ ਕਰ ਦੇਣੀ ਚਾਹੁੰਦਾ ਜੀ ਗੱਲ ਜੀ। ਕਿਰਪਾ ਕਰੋ। ਹਾਂਜੀ। ਤੇ ਤਾਂ ਕਿ ਉਹ ਫਿਰ ਜ਼ਰੂਰ ਤੁਹਾਨੂੰ ਅਸੀਂ ਲੈ ਕੇ ਇਸ ਤੇ ਖਾਮੋਸ਼ ਰਹੋ। ਤੇ ਤਿਹਾੜ ਜਾ ਕੇ ਫਿਰ ਅਸੀਂ ਜੀ 1.5 ਮਹੀਨੇ ਦੇ ਕਰੀਬ ਮੈਂ ਉੱਥੇ ਜੇਲ੍ਹ ਕੱਟੀ ਹੈ ਜੀ। ਠੀਕ ਹੈ ਜੀ।
12 ਜੂਨ 1960 ਨੂੰ, ਤੇ ਜੋ ਉੱਥੇ ਜ਼ੁਲਮ ਤਸ਼ੱਦਦ ਆਪਣੇ ਬੱਚਿਆਂ ਦੇ ਉੱਤੇ ਹੋਇਆ ਨਾ ਜੀ, ਉਹ ਕਦੀ ਵਕਤ ਹੋਇਆ ਤੇ ਮੈਂ ਆਪ ਜ਼ਰੂਰ ਅਸੀਂ ਤੁਹਾਡੇ ਨਾਲ ਪੂਰੇ ਵਿਸਥਾਰ ਸਹਿਤ ਉਹਦੀ ਜਾਣਕਾਰੀ ਲਵਾਂਗੇ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ। ਬਹੁਤ ਤੁਹਾਡਾ ਵੀ ਧੰਨਵਾਦ, ਤੇ ਆਪਣੇ ਜੀਕੇ ਸਾਹਿਬ ਨੂੰ ਵੀ ਜੀ ਸਾਡੇ ਸਭਨਾਂ ਵੱਲੋਂ ਮੁਬਾਰਕਬਾਦ, ਤਾਂ ਕਿ ਇੱਕ ਆਉਣ ਵਾਲੇ ਇੱਕ ਨਵਾਂ ਇਲਹਾਮ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਦਰਸ਼ਕੋ, ਇਹ ਜੋ ਸਾਰੇ ਦਾ ਸਾਰਾ ਜੋ ਸਾਕਾ ਵਾਪਰਿਆ, ਜੋ ਉੱਥੇ ਹੋਇਆ, ਪਰ ਉਹ ਇਤਿਹਾਸ ਦਾ ਅੰਗ ਹੈ ਜਿਹੜਾ ਮਿਟਾਇਆ ਨਹੀਂ ਜਾ ਸਕਦਾ। ਪਰ ਉਸ ਤੋਂ ਜ਼ਿਆਦਾ ਜ਼ਰੂਰ ਹੈ ਉਹ ਕੌਮਾਂ ਜਿਹੜੀਆਂ ਆਪਣੀ ਵਿਰਸੇ ਨੂੰ ਯਾਦ ਰੱਖਦੀਆਂ ਹਨ, ਜਿਹੜੇ ਆਪਣੇ ਪਿਛੋਕੜ ਨੂੰ ਯਾਦ ਰੱਖਦੇ ਹਨ, ਔਰ ਉਹ ਬਹੁਤ ਅਹਿਮ ਹੁੰਦਾ ਹੈ। ਇਸ ਹੁਣ ਜੋ ਦਿੱਲੀ ਦੀ ਪ੍ਰਬੰਧਕ ਕਮੇਟੀ ਹੈ, ਇਸ ਦੇ ਸਿਰ ਦੇ ਉੱਤੇ ਜ਼ਰੂਰਤ ਤੋਂ ਵੱਧ ਜ਼ਿੰਮੇਵਾਰੀ ਵੀ ਹੈ ਔਰ ਫਰਜ਼ ਵੀ ਉਹਨਾਂ ਦਾ ਹੈ, ਕਿਉਂਕਿ ਪੰਥਕ ਤੌਰ ਦੇ ਉੱਤੇ ਜਿਹੜੇ ਹਾਲਾਤ ਬਣ ਰਹੇ ਹਨ, ਉਸ ਦੇ ਵਿੱਚ ਗੁਰਦੁਆਰਾ ਪ੍ਰਬੰਧ ਦੇ ਵਿੱਚ ਥੋੜੀ ਗਿਣਤੀ ਹੈ ਗੁਰਦੁਆਰਾ ਸਾਹਿਬਾਨ ਦੀ ਇਤਿਹਾਸਕ, ਪਰ ਇਹਨਾਂ ਦਾ ਬਜਟ, ਇਹਨਾਂ ਦੇ ਸਕੂਲਸ, ਇਹਨਾਂ ਦਾ ਅਦਾਰੇ, ਇਹਨਾਂ ਦੇ ਵਿਦਿਅਕ ਅਦਾਰੇ, ਉਹਨਾਂ ਦੀ ਗਿਣਤੀ ਇਤਨੀ ਜ਼ਿਆਦਾ ਹੈ ਕਿ ਉਹਨਾਂ ਦੇ ਬਜਟ ਨੂੰ ਦੇਖਦਿਆਂ ਹੋਇਆਂ ਇਸ ਦਾ ਪ੍ਰਬੰਧ ਜੇ ਸਹਿਯੋਗ ਨਾ ਹੋਏ, ਪਰ ਉਸ ਦੇ ਨਾਲ ਨਾਲ ਪੰਥਕ ਤੌਰ ਦੇ ਉੱਤੇ ਇਸ ਨੂੰ ਕਰਕੇ ਰੱਖਣਾ, ਇਹ ਬਹੁਤ ਵੱਡੀ ਇੱਕ ਪ੍ਰਾਪਤੀ ਕਹੀ ਜਾ ਸਕਦੀ ਹੈ। ਦਿੱਲੀ ਦੇ ਕੁਝ ਬਦਕਿਸਮਤੀ ਰਹੀ, ਕਿਉਂਕਿ ਝਗੜਾ ਸਿਰਫ ਸਟੇਜ ਦਾ ਹੈ, ਔਰ ਕੋਈ ਵੀ ਸਰਕਾਰ ਜਿਹੜੀ ਹੈ ਉਹ ਸਟੇਜ ਨੂੰ, ਪ੍ਰਬੰਧ ਨੂੰ ਛੱਡਣਾ ਨਹੀਂ ਸੀ ਚਾਹੁੰਦੀ। ਇਸੇ ਕਰਕੇ ਦਿੱਲੀ ਦੇ ਵਿੱਚ ਭਾਵੇਂ ਉਹ ਚੋਣਾਂ ਵੀ ਲੇਟ ਹੁੰਦੀਆਂ ਰਹੀਆਂ, ਪੰਜਾਬ ਦੇ ਵਿੱਚ ਵੀ ਚੋਣਾਂ ਜਿਹੜੀ ਹੈ ਉਹ ਸਰਕਾਰ ਬਹੁਤ ਦੇਰੀ ਦੇ ਨਾਲ ਕਰਾਉਂਦੀਆਂ ਰਹੀਆਂ, ਪਰ ਜੋ ਦੇਰੀ ਹੈ ਉਹ ਕਈ ਹੋਰ ਅਲਾਮਤਾਂ ਨੂੰ ਜਨਮ ਦਿੰਦੀ ਹੈ। ਔਰ ਇਸ ਦੇ ਵਿੱਚ ਜੋ ਆਪ ਵੇਖ ਰਹੇ ਹੋ, ਬਾਲਾ ਸਾਹਿਬ ਦੇ ਵਿੱਚ ਜੋ ਕੁਝ ਹੋਇਆ, ਉੱਥੇ ਝਗੜਾ ਹੋਇਆ। ਦਿੱਲੀ ਗੁਰਦੁਆਰਾ ਸਾਹਿਬ ਦੇ ਜਿਹੜਾ ਮੁੱਖ ਇਹਨਾਂ ਦਾ ਹੈੱਡਕੁਆਟਰ ਹੈ, ਉਹਦੇ ਵਿੱਚ ਵੀ ਹੋਇਆ। ਔਰ ਇਸ ਦੇ ਨਾਲ ਹੀ ਜਿਹੜੀਆਂ RTI ਸੀ, ਰਾਈਟ ਟੂ ਇਨਫੋਰਮੇਸ਼ਨ ਐਕਟ, ਇੱਕ ਬਹੁਤ ਅਹਿਮ ਐਕਟ ਹੈ ਜਿਹੜਾ ਸਰਕਾਰ ਨੇ ਸਰਕਾਰੀ ਅਦਾਰਿਆਂ ਦੇ ਉੱਤੇ ਲਾਗੂ ਕੀਤਾ ਹੈ। ਕਿਸੇ ਨੇ ਦਰਖਾਸਤ ਦਿੱਤੀ ਕੋਈ ਇਨਫੋਰਮੇਸ਼ਨ ਮੰਗਣ ਵਾਸਤੇ, ਕੋਈ ਜਾਣਕਾਰੀ ਲੈਣ ਲਈ, ਤਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਕਿਹਾ ਕਿ ਸਾਡੇ ਤੇ ਰਾਈਟ ਟੂ ਇਨਫੋਰਮੇਸ਼ਨ ਐਕਟ ਲਾਗੂ ਨਹੀਂ ਹੁੰਦਾ। ਇਸ ਦੇ ਉੱਤੇ ਉਹ ਕੇਸ ਹਾਰ ਗਏ, ਜੁਰਮਾਨਾ ਹੋਇਆ, ਔਰ ਹਾਈ ਕੋਰਟ ਨੇ ਵੀ ਦਿੱਲੀ ਗੁਰਦੁਆਰਾ ਕਮੇਟੀ ਦੀ ਦਰਖਾਸਤ ਰੱਦ ਕਰ ਦਿੱਤੀ। ਪਰ ਅਖੀਰ ਵਿੱਚ ਮਾਮਲਾ ਸੁਪਰੀਮ ਕੋਰਟ ਵਿੱਚ ਚਲਾ ਗਿਆ। ਦਿੱਲੀ ਗੁਰਦੁਆਰਾ ਕਮੇਟੀ ਸੁਪਰੀਮ ਕੋਰਟ ਵਿੱਚ ਲੈ ਕੇ ਗਈ, ਔਰ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਕਿਤਨੇ ਬਹੁਤ ਹੀ ਇੱਕ ਖਰਚੇ ਵਾਲੀ ਗੱਲ ਹੈ ਕਿ ਇਸ ਚੀਜ਼ ਦੇ ਉੱਤੇ ਬਹਿਸ ਕਰਨੀ ਔਰ ਇਸ ਚੀਜ਼ ਦੀ ਲੜਾਈ ਲੜਨੀ। ਪਰ ਹੁਣ ਜਿਸ ਤਰੀਕੇ ਦੇ ਨਾਲ ਇਹ ਜੋ ਧੜਾ ਹੈ, ਜਿਹੜਾ ਹੁਣ ਜਿਨ੍ਹਾਂ ਨੇ ਚੋਣ ਜਿੱਤੀ ਹੈ, ਇਹਨਾਂ ਨੇ ਸੰਗਤ ਦੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਪੂਰੀ ਪਾਰਦਰਸ਼ਤਾ ਦੇ ਨਾਲ ਕੰਮ ਕਰਾਂਗੇ, ਔਰ ਅਸੀਂ ਕੋਈ ਵੀ ਜਿਹੜਾ ਹੈ RTI ਦੇ ਅਧੀਨ ਕੋਈ ਅਗਰ ਸਾਨੂੰ ਦਰਖਾਸਤ ਦੇਗਾ, ਅਸੀਂ ਬਗੈਰ ਕਿਸੇ ਹੀਲ ਹੁੱਜਤ ਦੇ ਉਸ ਨੂੰ ਉਹ ਸਾਰੀ ਦੀ ਸਾਰੀ ਜਾਣਕਾਰੀ ਪ੍ਰਦਾਨ ਕਰਾਂਗੇ। RTI ਦਾ ਮੁੱਦਾ ਇੱਕ ਮੁੱਦਾ ਸੀ, ਔਰ ਇਸ ਦੇ ਇਲਾਵਾ ਜਿਹੜਾ ਦੂਸਰਾ ਮੁੱਖ ਮੁੱਦਾ ਜਿਹੜਾ ਬਣ ਰਿਹਾ ਸੀ, ਉਹ ਸੀ ਸ੍ਰੀ ਅਕਾਲ ਤਖਤ ਸਾਹਿਬ ਦਾ। ਦਰਅਸਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਿਸ ਹਾਲਾਤ ਕਰਕੇ, ਕਿਸ ਤਰੀਕੇ ਦੇ ਨਾਲ ਹੋਇਆ, ਕਿਹੜੀਆਂ ਤਾਕਤਾਂ ਨੇ ਕੰਮ ਕੀਤਾ। 1984 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਾਇਆ ਗਿਆ, ਪਰ ਅਕਾਲ ਤਖਤ ਸਾਹਿਬ ਗਿਰ ਕੇ ਵੀ ਗਿਰਿਆ ਨਹੀਂ, ਉਹ ਟੱਟ ਕੇ ਵੀ ਟੱਠਿਆ ਨਹੀਂ। ਪਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਪਹਿਲੀ ਸੀ, ਉਹਨਾਂ ਨੇ ਇੱਕ ਬਹੁਤ ਵੱਡਾ ਸੈਮੀਨਾਰ ਦਾ ਆਯੋਜਨ ਕੀਤਾ, ਸੈਮੀਨਾਰ ਮੁਨੱਕਦ ਕੀਤਾ, ਔਰ ਉਸ ਦੇ ਵਿੱਚ ਇੱਕ ਐਲਾਨਨਾਮਾ ਕੀਤਾ। ਐਲਾਨਨਾਮਾ ਜਿਵੇਂ ਹੁਕਮਨਾਮਾ ਹੁੰਦਾ ਹੈ, ਉਸ ਦਾ ਨਾਂ ਰੱਖਿਆ ਐਲਾਨਨਾਮਾ, ਔਰ ਉਸ ਦੇ ਵਿੱਚ ਇਹ ਕਿਹਾ ਗਿਆ ਕਿ ਕਿਸੇ ਵੀ ਅਕਾਲ ਤਖਤ ਸਾਹਿਬ ਦੇ ਉਹ ਹੁਕਮਨਾਮੇ ਜਿਨ੍ਹਾਂ ਦੇ ਵਿੱਚ ਪਟਨਾ ਸਾਹਿਬ ਜਾਂ ਹਜ਼ੂਰ ਸਾਹਿਬ ਦੇ ਨੁਮਾਇੰਦੇ ਸ਼ਾਮਲ ਹੋਣਗੇ, ਅਸੀਂ ਉਹ ਹੁਕਮਨਾਮੇ ਨਹੀਂ ਮੰਨਾਂਗੇ। ਇਹ ਇੱਕ ਐਸੀ ਕਾਰਵਾਈ ਸੀ ਜਿਹੜੀ
ਪੁਰਾਣੇ ਜਿਤਨੇ ਹੁਕਮਨਾਮੇ ਹੋ ਚੁੱਕੇ, ਜਿਹੜੇ ਵੀ ਪੰਥ ਵਿਰੋਧੀਆਂ ਦੇ ਖਿਲਾਫ ਹੋਏ, ਜੋ ਕੁਝ ਵੀ ਹੋਇਆ, ਉਹ ਸਾਰੇ ਦੇ ਸਾਰੇ ਉਹਨਾਂ ਨੇ ਇਸ ਐਲਾਨ ਦੇ ਨਾਲ ਸਾਰੇ ਦੇ ਸਾਰੇ ਰੱਦ ਕਰ ਦਿੱਤੇ। ਇਹ ਇੱਕ ਐਸੀ ਕਾਰਵਾਈ ਸੀ ਜਿਹੜੀ ਕਿ ਪੰਥ ਦੇ ਵਿੱਚ ਬਹੁਤ ਵੱਡਾ ਇੱਕ ਖਲਾ ਪੈਦਾ ਕਰ ਸਕਦੀ ਸੀ, ਇੱਕ ਵਿਖਮਤਾ ਪੈਦਾ ਕਰ ਸਕਦੀ ਸੀ। ਕੇਵਲ ਇੱਥੇ ਹੀ ਨਹੀਂ, ਦਿੱਲੀ ਦੀ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਗੁਰੂ ਸਾਹਿਬ ਦੀ ਹਸਤੀ ਦੇ ਬਾਰੇ ਨਾਸਤਿਕਤਾ ਦੇ ਪ੍ਰਚਾਰ ਦੀ ਸਿੱਧੀ ਜਿਹੜੀ ਇੱਕ ਲੜੀ ਸ਼ੁਰੂ ਕੀਤੀ ਗਈ। ਮੰਜੀ ਸਾਹਿਬ ਤੋਂ ਵੀ ਕਥਾ ਹੁੰਦੀ ਸੀ, ਮੰਜੀ ਸਾਹਿਬ ਤੋਂ ਵੀ ਕੀਰਤਨ ਹੁੰਦਾ ਹੈ, ਪਰ ਉਹਦੇ ਵਿੱਚ ਕੋਈ ਰਾਜਨੀਤਿਕ ਜਾਂ ਹੋਰ ਕੋਈ ਗੱਲ ਨਹੀਂ ਹੁੰਦੀ ਸੀ। ਸੋ ਇਹ ਸਾਰਾ ਕੁਝ ਜਿਸ ਤਰੀਕੇ ਦੇ ਨਾਲ ਜੋ ਕੁਝ ਹੋਇਆ, ਇਹ ਇੱਕ ਬਹੁਤ ਹੀ ਮੰਦਭਾਗਾ ਸੀ। ਹੈਲੋ ਹਾਂਜੀ, ਤੁਸੀਂ ਆਪਣੇ ਗੜ ਪੰਜਾਬੀ ਵਾਲੇ ਜੀ ਬੋਲ ਰਹੇ ਹਾਂ ਜੀ। ਮੈਂ ਕੌਣ ਬੋਲ ਰਹੇ ਜੀ ਕੌਣ ਬੋਲ ਰਹੇ ਜੀ? ਮੈਂ ਕਰਨੈਲ ਸਿੰਘ ਬੋਲ ਰਿਹਾ ਜੀ, ਸ਼ਿਕਾਗੋ ਤੋਂ। ਹਾਂਜੀ, ਕਰਨੈਲ ਸਿੰਘ ਜੀ, ਹੁਕਮ ਕਰੋ, ਕੀ ਕਹਿਣਾ ਚਾਹੁੰਦੇ? ਮੈਂ ਜੀ ਇਸ ਤੁਹਾਡਾ ਪ੍ਰੋਗਰਾਮ ਸੁਣ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ ਜੀ। ਤੇ ਖੁਸ਼ੀ ਤੋਂ ਇਲਾਵਾ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਜੀ। ਜਿਹੜਾ ਤੁਸੀਂ 1960 ਦਾ ਪ੍ਰੋਗਰਾਮ ਘੱਲੂਘਾਰਾ ਦੱਸਿਆ ਨਾ ਜੀ, ਉਹ 1960 ਵਿੱਚ ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ ਜਲੂਸ ਸੀਗਾ। ਹਾਂਜੀ। ਉਸ ਜਲੂਸ ਵਿੱਚ ਜਿੰਨਾ ਨੁਕਸਾਨ ਹਿੰਦੂ ਕਾਂਗਰਸ ਇਹਨਾਂ ਜਮਾਤਾਂ ਨੇ ਕੀਤਾ, ਹਾਂਜੀ, ਕਦੇ ਵੀ ਭੁੱਲਣ ਵਾਲਾ ਨਹੀਂ। ਹਾਂਜੀ। ਉਸ ਤੋਂ ਵੀ ਸਿਖਰ ਕਰ ਦਿੱਤੀ 1984 ਵਿੱਚ। ਹਾਂਜੀ, ਹਾਂਜੀ। ਸ਼ਰਮ ਆਉਂਦੀ ਹੈ, ਕਹਿੰਦੇ ਆ ਕਿ ਇੰਡੀਆ ਦਾ, ਹਿੰਦੁਸਤਾਨ ਦਾ ਪ੍ਰਧਾਨ ਸਿੱਖ ਹੋਵੇ, ਉਹਨੂੰ ਚਿੱਠੀ ਲਿਖੀ ਜਾਵੇ ਕਿ 84 ਦੇ ਦੰਗਿਆਂ ਦੀ ਜਗ੍ਹਾ ਬਣਾਉਣ ਵਾਸਤੇ ਸਾਨੂੰ ਕੋਈ ਜਗ੍ਹਾ ਦਿਓ, ਤੇ ਉਹ ਕਹੇ ਜੀ ਹੁਣ ਜਗ੍ਹਾ ਸਾਰੀ ਖਤਮ ਹੋ ਗਈ ਹੈ ਦਿੱਲੀ ਵਿੱਚ। ਜੇ ਕਿਤੇ ਸੋਨੀਆ ਦੇ ਜਸਾਨੇ ਲਾ ਨੂੰ ਜਾਂ ਉਹਦੀ ਲੜਕੀ ਨੂੰ ਜਾਂ ਉਹਦੇ ਲੜਕੇ ਨੂੰ ਜਗ੍ਹਾ ਚਾਹੀਦੀ ਹੋਵੇ ਤਾਂ ਉਧਾਰ ਵੀ ਦੇ ਦੇਣਗੇ। ਗੱਲ ਇਹ ਹੈ, ਸਿੱਖ ਆਪਣੇ ਕੋਲੋਂ ਲਾ ਦੇਣਗੇ। ਜੀ ਜੀ ਜੀ, ਬਹੁਤ ਫਿਰ ਮੁੜ ਕੇ ਤਾਰੀਫ ਕਰਦਾ ਜੀ ਕਿ ਜੋ ਇਹ ਪ੍ਰੋਗਰਾਮ ਤੁਸੀਂ ਸ਼ੁਰੂ ਕੀਤਾ ਜੀ, ਪਲੀਜ਼ ਇਹਨੂੰ ਕੰਟੀਨਿਊ ਰੱਖੋ ਜੀ। ਖਾਲਸਾ ਪੰਥ, ਹਰ ਖਾਲਸਾ, ਹਰ ਸਿੱਖ ਤੁਹਾਡੇ ਨਾਲ ਹੈ ਜੀ। ਜੋ ਦਿੱਲੀ ਦਾ ਕੰਮ ਕੀਤਾ, ਬਸ ਇੱਕੋ ਗੱਲ ਹੋਣੀ ਚਾਹੀਦੀ ਹੈ ਕਿ ਬੀਜੇਪੀ ਕੋਈ ਵੀ ਕਿਸੇ ਦਾ ਹਿੰਦੂ ਪੋਲੀਟੀਕਲ ਵੱਖਰੇ, ਸਾਡੇ ਤੋਂ ਧਰਮ ਤੋਂ ਵੱਖਰੇ ਰਹਿਣ। ਸਾਨੂੰ ਜਿਹੜੀਆਂ ਸਾਡੀਆਂ ਸਟੇਜਾਂ ਨੇ, ਸਾਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਵਿਚਾਰਾਂ ਲਈ। ਪਰ ਖਾਲਸਾ ਪੰਥ ਜਿਹੜਾ ਬੇਕੀਨਾ ਹੈ, ਨਿਰਵਿਰੋਧ ਹੈ, ਉਹ ਆਪਣੇ ਹੱਕ ਲੈਂਦਾ ਹੈ, ਪਰ ਕਿਸੇ ਦੇ ਵਿਰੋਧ ਵਿੱਚ ਨਹੀਂ ਹੁੰਦਾ। ਸੋ ਤੁਹਾਡਾ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਬਹੁਤ ਬਹੁਤ ਧੰਨਵਾਦ। ਸਾਨੂੰ ਜ਼ਰੂਰ ਲਿਖੋ ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ। ਤੁਸੀਂ ਈਮੇਲ ਰਾਹੀਂ ਇੱਕ ਹੋਰ ਜ਼ਰੂਰ ਸਾਨੂੰ ਜਾਣਕਾਰੀ ਦਿਓ। ਇੱਕ ਪ੍ਰੋਗਰਾਮ ਲੈ ਕੇ ਮੁੜ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।